ਸਾਦਗੀ ਸੁੰਦਰਤਾ ਜੋ ਚਿਹਰੇ ਤੋਂ ਝਲਕ ਰਹੀ ਹੈ, ਵੇਖੋ ਹਾਂ ਫੁਲਕਾਰੀ 'ਚ ਵੀ ਉਹੀ ਰੰਗ ਹੈ ਨਾ। ਤਾਂ ਹੀ ਤਾਂ ਕੈਨੇਡਾ ਅਮਰੀਕਾ ਦੀਆਂ ਬੀਬੀਆਂ ਤਰਨ ਤਾਰਨ ਦੇ ਪੱਟੀ ਨੇ ਪੱਟ ਰੱਖੀਆਂ ਨੇ। ਜਿੱਥੇ ਲੋਕ ਬਾਹਰਲੀਆਂ ਸਕੀਰੀਆਂ ਤੋਂ ਬ੍ਰਾਂਡਡ ਕੱਪੜੇ ਮੰਗਾਉਂਦੇ ਸੀ, ਉੱਥੇ ਹੀ ਪੱਟੀ ਵਾਲੀ ਮਨਪ੍ਰੀਤ ਕੌਰ ਨੇ ਟ੍ਰੈਂਡ ਪਲਟਾ ਛੱਡਿਆ ਹੈ। ਹੁਣ ਤਾਂ ਪੰਜਾਬਣ ਮੇਮਾਂ ਸਿੱਧਾ ਪੱਟੀ ਫੋਨ ਖੜਕਾਉਂਦੀਆਂ ਨੇ ਤੇ ਕਹਿੰਦੀਆਂ ਨੇ ਕਿ ਭੈਣ ਮਨਪ੍ਰੀਤ ਕੌਰੇ, ਸਟਾਕ 'ਚ ਕੋਈ ਫੁਲਕਾਰੀ ਹੈ ਜਾਂ ਨਹੀਂ। ਉਹ ਇਸੇ ਲਈ ਤਾਂ ਟ੍ਰੈਂਡ ਚਲਾਉਣ ਵਾਲਾ ਬਾਈ ਮੂਸੇ ਵਾਲਾ ਵੀ ਭੈਣ ਮਨਪ੍ਰੀਤ ਦੀ ਫੁੱਲ ਸਪੋਰਟ ਕਰਦਾ ਸੀ। ਆ ਕਿੱਥੋਂ ਆਈ ਹੈ ਮਤਲਬ ਰੱਖੜੀ? ਇਹ ਤਰਨ ਤਾਰਨ ਤੋਂ ਪਤਾ ਨਹੀਂ। ਇਹ ਤਰਨ ਤਾਰਨ ਤੋਂ ਆਈ ਹੈ। ਥੈਂਕ ਯੂ ਭੈਣੇ, ਜਿਉਂਦੀ ਵਸਦੀ। ਸਿੱਧੂ ਮੂਸੇਵਾਲੇ ਵੀਰ ਨੇ ਵੀ ਸਾਡੀ ਪ੍ਰਮੋਟ ਕੀਤੀ ਸੀਗੀ। ਅਸੀਂ ਉਹ ਭੁੱਲ ਨਹੀਂ ਸਕਦੇ ਕਿ ਉਸ ਵੀਰ ਨੇ ਸਾਡੀ ਇੱਕ ਚਿੱਠੀ ਤੇ ਹੀ ਸਾਨੂੰ ਇੰਨਾ ਪ੍ਰਮੋਟ ਕਰਤਾ ਸੀ। ਅੱਛਾ, ਤੁਸੀਂ ਉਹਨਾਂ ਨੂੰ ਚਿੱਠੀ ਲਿਖੀ? ਹਾਂ, ਅਸੀਂ ਚਿੱਠੀ ਲਿਖੀ ਸੀ, ਉਹਨਾਂ ਨੇ ਰੱਖੜੀ ਭੇਜੀ ਸੀ, ਲੋਈ ਭੇਜੀ ਸੀ। ਉਹਨਾਂ ਨੇ ਉਹੀ ਚੀਜ਼ ਪਾ ਕੇ ਆਪਣੇ ਪੇਜ ਤੇ ਉਹਨਾਂ ਨੇ ਸਾਨੂੰ ਪ੍ਰਮੋਟ ਕੀਤਾ ਸੀ। ये पंजाब के पट्टी एरिया में फुलकारी करती हैं लड़कियां हाथ से, तो वहाँ से परवीन फुलकारी हाउस वालों ने आपके लिए भेजा है एंड दे हैंड एम्ब्रॉयडर्ड द सूट। वाह, इन सभी आर्टिस्ट को मेरी तरफ से बहुत बहुत शुक्रिया। ਮੈਂ ਅੱਜ ਤੋਂ 4-5 ਸਾਲ ਪਹਿਲਾਂ ਇੱਕ ਕਲਚਰਲ ਮਿਨਿਸਟਰ ਸੀਗੇ, ਉਹਨਾਂ ਨੂੰ ਅਪਰੋਚ ਕੀਤੀ ਤੇ ਉਹਨਾਂ ਦੇ IAS ਆਫਿਸਰ ਨੇ ਮੈਨੂੰ ਇਹ ਕਹਿ ਕੇ ਟਾਲਤਾ ਕਿ ਤੂੰ 23-24 ਸਾਲ ਦੀ ਕੁੜੀ ਹੈ, ਕਿਹੜੇ ਕੰਮਾਂ 'ਚ ਪਈ ਆ, ਤੂੰ ਬਾਹਰ ਜਾ ਆਪਣਾ ਵਿਆਹ ਕਰਾ। ਅੱਜ ਉਹੀ ਲੋਕ ਆ ਜਿਹੜੇ ਆਪਣੇ ਮੂੰਹ ਤਾਰੀਫਾਂ ਕਰਦੇ ਆ ਕਿ ਮਨਪ੍ਰੀਤ ਅਸੀਂ ਇੱਥੇ ਗਏ ਸੀ, ਉਹਨਾਂ ਨੇ ਤੇਰੀ ਫੁਲਕਾਰੀ ਬਾਰੇ ਦੱਸਿਆ। ਤੁਸੀਂ ਇੱਥੇ ਇੰਨੀਆਂ ਫੁਲਕਾਰੀਆਂ ਵੇਖਦੇ ਹੋ ਤੇ ਇਹਦੇ ਤੇ ਕਿਤੇ ਵਿਸਤਾਰਾ ਨਹੀਂ ਲੱਗਾ। ਇਹ ਰੰਗਾਂ ਦੀ ਚਮਕ ਆ। ਬਿਲਕੁਲ। ਇਹਨਾਂ ਦੇ ਵਿੱਚ ਰੰਗਾਂ ਦੀ ਚਮਕ ਆ, ਇਹਨਾਂ ਦੇ ਵਿੱਚ ਕੋਈ ਸ਼ੋਸ਼ੇਬਾਜ਼ੀ ਨਹੀਂ, ਕੋਈ ਕੁਛ ਨਹੀਂ। ਤਾਂ ਜਿਨ੍ਹਾਂ ਨੇ ਬੜੇ ਸਬਰ ਨਾਲ ਇੱਕ ਕੁੜੀ ਤੇ ਵਿਸ਼ਵਾਸ ਕੀਤਾ, ਨਹੀਂ ਤੇ ਬਹੁਤ ਸਾਰੇ ਲੋਕ 23-24 ਸਾਲ ਦੀ ਕੁੜੀ ਨੂੰ ਵਿਆਹ ਦਿੰਦੇ ਆ। ਅੱਜ ਮੈਂ 30 ਸਾਲ ਦੀ ਹੋ ਗਈ ਆ ਤੇ ਮੈਨੂੰ ਕਦੀ ਘਰਦਿਆਂ ਨੇ ਪ੍ਰੈਸ਼ਰਾਈਜ਼ ਨਹੀਂ ਕੀਤਾ ਕਿ ਤੂੰ ਵਿਆਹ ਕਰਾ ਲਾ, ਤੂੰ ਆਹ ਕਰ ਲਾ। ਜੋਬਨ ਰੁੱਤੇ ਸਾਡੇ ਹਿੱਸੇ ਨਾ ਕੋਈ ਰਾਜਕੁਮਾਰ ਥਿਆਇਆ, ਸੂਈ ਦੀਆਂ ਚੋਬਾਂ ਜਰ ਜਰ ਕੇ ਅਸੀਂ ਆਪਣਾ ਆਪ ਕਮਾਇਆ। ਅਸਾਂ ਨਾ ਤਾਣੀ ਅੰਮੜੀਏ ਕੋਈ ਰੀਝਾਂ ਦੀ ਫੁਲਕਾਰੀ, ਅਸਾਂ ਤਾਂ ਤੇਰੇ ਘਰ ਤੋਂ ਚਾਅ ਵਾਰ ਕੇ ਬਰਕਤਾਂ ਦਾ ਬਾਗ ਸਜਾਇਆ। ਸਤਿ ਸ਼੍ਰੀ ਅਕਾਲ, ਤੁਸੀਂ ਜੁੜਿਓ ਅੱਖਰ ਦੇ ਨਾਲ। ਸੋ ਅੱਜ ਮੈਂ ਤੁਹਾਨੂੰ ਮਿਲਵਾਵਾਂਗੀ ਬੜੀ ਹੀ ਸੁਘੜ, ਸਿਆਣੀ, ਸੁਚੱਜੀ ਤੇ ਸੁਚਾਰੀ, ਹੋਣਹਾਰ ਤੇ ਮਿਹਨਤੀ ਧੀ ਦੇ ਨਾਲ, ਜਿਸ ਨੂੰ ਕਿ ਦਾ ਫੁਲਕਾਰੀ ਗਰਲ ਕਹਿ ਕੇ ਵੀ ਜਾਣਦੇ ਆ। ਅਸੀਂ ਅੱਜ ਆਏ ਹਾਂ ਤਰਨ ਤਾਰਨ ਤੇ ਇੱਥੋਂ ਦੇ ਪਿੰਡ ਪੱਟੀ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਨੂੰ ਕੌਣ ਨਹੀਂ ਜਾਣਦਾ। ਇਹ ਉਹ ਕੁੜੀ ਹੈ ਜੋ ਪਿਛਲੇ 7 ਸਾਲਾਂ ਤੋਂ ਕਸੀਦਾਕਾਰੀ ਯਾਨੀ ਕਿ ਹੱਥਾਂ ਦੀ ਕਢਾਈ, ਫੁਲਕਾਰੀ, ਬਾਗਾਂ, ਝੋਲਿਆਂ ਦੇ ਉੱਤੇ ਅਤੇ ਪੱਖੀਆਂ ਦੇ ਉੱਤੇ ਜਿਹੜੀ ਹੈ ਉਹ ਕਰਦੀ ਹੈ। ਸੋ ਲਗਾਤਾਰ ਇਸ ਕੰਮ ਦੇ ਵਿੱਚ ਆਪਣਾ ਨਾਮ ਬਣਾ ਰਹੀ ਹੈ, ਕਈ ਮਾਣ ਸਨਮਾਨ ਹਾਸਲ ਕਰ ਚੁੱਕੀ ਹੈ ਅਤੇ ਆਪ ਆਤਮ ਨਿਰਭਰ ਹੋਣ ਦੇ ਨਾਲ ਨਾਲ ਆਪਣੇ ਵਰਗੀਆਂ ਕਈ ਹੋਰ ਔਰਤਾਂ ਜਿਹੜੀਆਂ ਨੇ ਉਹਨਾਂ ਦੇ ਲਈ ਵੀ ਰੋਜ਼ਗਾਰ ਪੈਦਾ ਕਰ ਰਹੀ ਹੈ। ਸੋ ਅੱਜ ਸਾਡੇ ਨਾਲ ਮੌਜੂਦ ਰਹਿਣ ਵਾਲੀ ਹੈ ਮਨਪ੍ਰੀਤ ਕੌਰ ਪੱਟੀ। ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਮਨਪ੍ਰੀਤ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਖਰ ਤੇ। ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਾਡੇ ਘਰ ਆਇਆਂ ਦਾ ਜੀ। ਸੋ ਮਨਪ੍ਰੀਤ MBA ਕੀਤੀ ਹੋਈ ਹੈ, ਪੜ੍ਹੇ ਲਿਖੇ ਹੋ ਤੁਸੀਂ, ਫਿਰ ਕਿੱਥੇ ਐਡੀ ਮੋਟੀ ਸੂਈ, ਰੰਗ ਬਰੰਗੇ ਧਾਗੇ ਤੇ ਖੱਦਰ ਦਾ ਕੱਪੜਾ, ਇਹ ਕਿਹੜੇ ਪਾਸੇ ਉਲਝ ਗਏ? ਉਲਝੇ ਨਹੀਂ, ਇਹ ਚਾਹ ਹੈ ਸਾਡੇ, ਇਹ ਸਦਰਾਂ ਹੈ ਜੋ ਸਾਨੂੰ ਵਿਰਾਸਤ 'ਚ ਮਿਲੀਆਂ। ਇਹ ਉਲਝਣਾ ਨਹੀਂ, ਕਹਿ ਲਓ ਸਾਡੀਆਂ ਫਾਈਨੈਂਸ਼ੀਅਲ ਪ੍ਰੋਬਲਮਸ ਸੀ। ਜਦੋਂ ਗ੍ਰੈਜੂਏਸ਼ਨ ਮੈਂ ਕੀਤੀ ਸੀਗੀ, ਉਦੋਂ ਸੋਚਿਆ ਸੀਗਾ ਕੁਛ ਕੰਮ ਕਰੀਏ। ਅਤੇ ਮੈਂ ਇੱਕ ਇਹੋ ਜਿਹੇ ਸ਼ਹਿਰ ਤੋਂ ਆ, ਬਹੁਤ ਨਿੱਕੇ ਜਿਹੇ ਸ਼ਹਿਰ ਤੋਂ ਆ, ਜਿਹਦਾ ਪੱਟੀ ਬਹੁਤ ਘੱਟ ਲੋਕ ਨਾਮ ਵੀ ਸੁਣਦੇ ਆ। ਇਸੇ ਕਰਕੇ ਮੈਂ ਆਪਣੇ ਕੋਈ ਜਾਤ ਦਾ ਜਾਂ ਕਿਸੇ ਚੀਜ਼ ਦਾ ਨਾਂ ਨਹੀਂ ਰੱਖਿਆ, ਮੈਂ ਆਪਣੇ ਨਾਂ ਦੇ ਪਿੱਛੇ ਹੀ ਪੱਟੀ ਲਾਇਆ। ਸੋ ਮਤਲਬ ਜਿਹੜੀ ਆਮਦਨ ਘੱਟ ਹੋਣ ਕਰਕੇ ਅਤੇ ਇੱਕ ਇਹ ਸੀਗਾ ਡਿਗਰੀ ਕੀਤੀ ਆ ਅਤੇ ਹਰ ਮਾਂ ਪਿਓ ਨੂੰ ਹੁੰਦਾ ਹੈ ਕਿ ਬੱਚਾ ਕੁਛ ਕਮਾਵੇ। ਘਰ ਦੀਆਂ ਥੋੜ੍ਹੀ ਆਰਥਿਕ ਤੰਗੀ ਸੀਗੀ ਅਤੇ ਇਹਦੇ ਕਰਕੇ ਸ਼ੁਰੂ ਕੀਤਾ। ਇੱਕ ਦਿਨ ਸਿੰਪਲ ਜੀ ਅਸੀਂ ਘਰੇ ਹੀ ਗੱਲ ਕਰਦੇ ਸੀਗੇ ਮੰਮੀ ਨਾਲ ਕਿ ਮੰਮੀ ਕਹਿੰਦੇ ਕੋਈ ਕੰਮ ਕੀਤਾ ਜਾਣਾ ਚਾਹੀਦਾ ਤਾਂ ਜੋ ਸਾਡੇ ਪਾਪਾ ਦਾ ਹੱਥ ਜਿਹੜਾ ਵੱਟਿਆ ਜਾਵੇ, ਕਿਉਂਕਿ 4 ਭੈਣ ਭਰਾ ਸੀ, ਚੰਗੇ ਸਕੂਲਾਂ 'ਚ ਪੜ੍ਹਨ ਵਾਲੇ, ਚੰਗੇ ਕਾਲਜਾਂ 'ਚ ਪੜ੍ਹਨ ਵਾਲੇ, ਖਰਚੇ ਵੀ ਉਨੇ ਜ਼ਿਆਦਾ ਅੱਜ ਕੱਲ੍ਹ ਪ੍ਰਾਈਵੇਟ ਸਕੂਲਾਂ 'ਚ, ਕਾਲਜਾਂ 'ਚ ਫੀਸਾਂ ਵੀ ਉਨੀਆਂ ਜ਼ਿਆਦੀਆਂ। ਸੋ ਪਾਪਾ ਦਾ ਹੱਥ ਵਟਾਉਣ ਦੇ ਲਈ ਇਹ ਸ਼ੁਰੂ ਕੀਤੀ ਫੁਲਕਾਰੀ, ਅੱਜ ਕਿੱਥੋਂ ਤੱਕ ਪਹੁੰਚੀ ਆ। ਜੀ, ਅੱਛਾ। ਸੋ ਇੱਕ ਉਹ ਸੋਚਿਆ ਸੀਗਾ ਹੈ ਨਾ ਮਦਦ ਕਰਾਂਗੇ, ਪਰ
ਮਦਦ ਕਰਨੀ ਸੀ, ਬਹੁਤ ਕੁਝ ਸੀਗਾ, ਪ੍ਰਾਈਵੇਟ ਜੌਬ ਕਰ ਸਕਦੇ ਸੀਗੇ, ਬਹੁਤ ਸੀਗਾ, ਪਰ ਇਹ ਕਸੀਦਾਕਾਰੀ ਵਾਲੇ ਪਾਸੇ ਆਉਣਾ ਜਾਂ ਕਢਾਈ ਵਾਲੇ ਪਾਸੇ ਆਉਣਾ, ਉਹ ਵੀ ਫੁਲਕਾਰੀਆਂ, ਬਾਗ, ਇਹ ਪਾਸੇ ਆਉਣ ਦੀ ਚੇਟਕ ਕਿੱਥੋਂ ਲੱਗੀ? ਇਹ ਜਦੋਂ ਅਸੀਂ ਛੋਟੇ ਹੁੰਦੇ ਸੀਗੇ, ਪਹਿਲਾਂ ਤੇ ਮੰਮੀ ਹੋਣਾ ਨੇ ਮਤਲਬ ਸਾਡੇ ਘਰਾਂ ਦੇ ਵਿੱਚ ਅਸੀਂ ਇਹ ਸਿੱਖਿਆ ਕਿ ਕੁੜੀ ਨੂੰ ਸਾਰਾ ਕੁਝ ਹੀ ਆਉਣਾ ਚਾਹੀਦਾ, ਰੋਟੀ ਪਾਣੀ, ਕਢਾਈ, ਸਾਰਾ ਕੁਝ, ਜਿੰਨਾ ਕਿ ਆਮ ਮਿਡਲ ਕਲਾਸ ਫੈਮਿਲੀ 'ਚ ਹਰ ਕੋਈ ਕੁੜੀ ਨੂੰ ਸਿਖਾਇਆ ਜਾਂਦਾ ਹੈ। ਕਿ ਸਾਡੇ ਇਹ ਨਹੀਂ ਕਹਿੰਦੇ ਸੀਗੇ ਕਿ ਤੁਹਾਨੂੰ ਅਸੀਂ ਆਹ ਚੀਜ਼ ਦੇ ਦਾਂਗੇ, ਆਹ ਚੀਜ਼ ਦੇ ਦਾਂਗੇ, ਪਰ ਇਹ ਹੈ ਕਿ ਤੁਹਾਨੂੰ ਹੱਥੀਂ ਸਾਰਾ ਕੁਝ ਆਉਣਾ ਚਾਹੀਦਾ ਤਾਂ ਜੋ ਤੁਹਾਨੂੰ ਅੱਗੇ ਜਾ ਕੇ ਔਖਾ ਨਾ ਹੋਵੇ। ਸੋ ਫੁਲਕਾਰੀ ਜਿਹੜੀ ਆ ਅਸੀਂ ਸ਼ੁਰੂ ਤੋਂ ਹੀ ਸਿੱਖੀ, ਤੇ ਜਦੋਂ ਫਾਈਨੈਂਸ਼ੀਅਲ ਪ੍ਰੋਬਲਮ ਆਈ ਤੇ ਫਿਰ ਇਹਨੂੰ ਅਸੀਂ ਐਜ਼ ਅ ਰੋਜ਼ਗਾਰ ਤਾਂ ਲਿਆ ਕਿਉਂਕਿ ਨੌਕਰੀਆਂ ਬਹੁਤ ਘੱਟ ਆ ਮੇਰੇ ਇਲਾਕੇ ਦੇ ਵਿੱਚ। ਮੈਂ ਇੱਕ ਪੇਂਡੂ ਖੇਤਰ 'ਚ, ਮੈਨੂੰ ਇਸ ਗੱਲ 'ਚ ਕਹਿਣ 'ਚ ਕੋਈ ਸ਼ਰਮ ਨਹੀਂ, ਜਦੋਂ ਮੈਨੂੰ ਲੋਕ ਕਹਿੰਦੇ ਕਿ ਬੜੇ ਪਿਛੜੇ ਇਲਾਕੇ ਤੋਂ ਆ, ਮੈਂ ਕਹਿ ਦਿੰਦੀ ਹਾਂ ਕਿ ਪਿਛੜੇ ਇਲਾਕੇ ਤੋਂ ਸਹੀ ਆ, ਪਰ ਅਸੀਂ ਆਪਣਾ ਕੰਮ ਕਰਕੇ ਜਿਹੜੇ ਅੱਜ ਜਾਣੇ ਜਾਂਦੇ ਆ। ਉਸ ਇਲਾਕੇ ਤੋਂ ਆ ਮੈਂ ਜਿੱਥੇ ਕੋਈ ਫੈਕਟਰੀ ਨਹੀਂ, ਜਿੱਥੇ ਕੋਈ ਚੰਗੇ ਸਕੂਲ ਕਾਲਜ ਨਹੀਂ ਆ, ਪਰ ਅਸੀਂ ਇੱਥੇ ਸੋਚਿਆ ਕਿ ਨਿੱਕਾ ਜਿਹਾ ਇਹ ਜਿਹੜਾ ਮਤਲਬ ਬਿਜ਼ਨਸ ਮਾਡਲ ਲੈ ਕੇ ਆਈਏ। ਫੁਲਕਾਰੀ ਮੈਂ ਵੇਖਿਆ ਮੇਰੇ ਦਾਦੀ ਜਦੋਂ ਕੰਮ ਕਰਦੇ ਹੁੰਦੇ ਸੀਗੇ, ਅੱਜ ਤੋਂ ਮੈਂ 30-40 ਸਾਲ ਪਹਿਲਾਂ ਕੰਮ ਕਰਾਂ ਤੇ ਗੱਲ ਕਰਾਂ ਤੇ ਮੇਰੀ ਦਾਦੀ ਜਿਹੜੀਆਂ ਕੀ ਕਹਿੰਦੇ ਨੇ ਸ਼ਾਲਾਂ ਤੇ ਕਢਾਈ ਕਰਦੇ ਹੁੰਦੇ ਸੀ, ਸਿਰਫ 10 ਰੁਪਏ ਉਹਨਾਂ ਦੀ ਜਿਹੜੀ ਸੀਗੀ ਮਤਲਬ ਉਹਨਾਂ ਨੂੰ ਲਾਗਤ ਮਿਲਦੀ ਹੁੰਦੀ ਸੀ ਕਿ 10 ਰੁਪਏ ਸ਼ਾਲ ਉਹ ਮਹੀਨਾ ਕੱਢਣਾ। ਤੇ ਮੈਂ ਉਹੀ ਕੰਸੈਪਟ ਸੋਚ ਕੇ ਇਹਨੂੰ ਜਿਹੜਾ ਉਹੀ ਦਿਮਾਗ ਦੇ ਵਿੱਚ ਰੱਖ ਕੇ ਇਹਨੂੰ ਵਰਤਿਆ ਕਿ ਜੇ ਮੇਰੇ ਨਾਲ ਪਿੰਡਾਂ ਦੀਆਂ ਔਰਤਾਂ ਕੰਮ ਕਰਨਗੀਆਂ ਤੇ ਘੱਟੋ ਘੱਟ ਉਹ ਆਪਣੇ ਖਰਚੇ ਜੋਗਾ ਤੇ ਕੰਮ ਕਰਨ। ਸੋ ਇਸੇ ਤੇ ਅਸੀਂ ਜਦੋਂ ਸ਼ੁਰੂ ਕੀਤਾ ਸੀਗਾ, ਅਸੀਂ ਇਸੇ ਸੋਚ ਨਾਲ ਕੀਤਾ ਸੀਗਾ ਕਿ ਇੱਕ ਨਹੀਂ, ਉਹ ਇੱਕ ਮਨਪ੍ਰੀਤ 30-40 ਸਾਲ ਬਾਅਦ ਮਤਲਬ ਸ਼ਾਇਦ ਰੁਕ ਜੂਗੀ, ਪਰ ਜਿਹੜੀਆਂ ਹੋਰ ਮਨਪ੍ਰੀਤ ਜਾਂ ਕੋਈ ਹੋਰ ਆਪਾਂ ਫੁਲਕਾਰੀ ਨਾਲ ਕੁੜੀਆਂ ਉਠਾਵਾਂਗੇ ਉਹ ਵੀ ਬਹੁਤ ਲੰਮਾ ਸਮਾਂ ਕੰਮ ਕਰ ਸਕਦੀਆਂ। ਬਿਲਕੁਲ। 2015 ਦੇ ਵਿੱਚ ਤੁਸੀਂ 5 ਔਰਤਾਂ ਦੇ ਕੋਲੋਂ 5 ਫੁਲਕਾਰੀਆਂ ਦੇ ਨਾਲ ਸ਼ੁਰੂਆਤ ਕੀਤੀ ਸੀ। ਅੱਜ 200 ਦੇ ਕਰੀਬ ਨੇੜੇ ਤੇੜੇ ਦੀਆਂ ਔਰਤਾਂ ਤੁਹਾਡੇ ਨਾਲ ਜੁੜੀਆਂ ਹੋਈਆਂ ਆ। ਸੋ ਉਹਨਾਂ ਔਰਤਾਂ ਦੀ ਜ਼ਿੰਦਗੀ ਦੀਆਂ ਕੀ ਦਿੱਕਤਾਂ ਰਹਿੰਦੀਆਂ? ਜਿਵੇਂ ਤੁਸੀਂ ਕਿਹਾ ਕਿ ਬਾਰਡਰ ਏਰੀਏ ਦੇ ਨਾਲ ਪਿੰਡ ਲੱਗਦਾ ਹੈਗਾ, ਸੋ ਉੱਥੋਂ ਦੀਆਂ ਔਰਤਾਂ ਦੇ ਲਈ ਹਨਾ ਕੰਮ ਕਰਨਾ, ਜਾਂ ਉਹਨਾਂ ਦੇ ਨਾਲ ਫਿਰ ਕਿੱਦਾਂ ਤੁਸੀਂ ਆਪਣਾ ਕੰਮ ਉਹਨਾਂ ਤੋਂ ਲੈਣੇ ਆ ਜਾਂ ਕਿਵੇਂ ਉਹਨਾਂ ਨਾਲ ਜੁੜੇ ਆ? ਅਸੀਂ ਜਦੋਂ ਸ਼ੁਰੂ ਕੀਤਾ ਸੀ ਉਦੋਂ ਸਾਡੇ ਦੁੱਧੀ ਸੀਗੇ, ਮਤਲਬ ਸਾਡੇ ਜਿਹੜੇ ਦੁੱਧ ਦਿੰਦੇ ਸੀ ਉਹ ਪਿੰਡ ਦੇ ਸਰਪੰਚ ਸੀਗੇ। ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਮਤਲਬ ਸਾਨੂੰ ਜਦੋਂ ਸਾਡੇ ਕੋਲ ਥੋੜ੍ਹਾ ਜਿਹਾ ਕੰਮ ਆਇਆ ਜਿਸ ਤਰ੍ਹਾਂ 5-10 ਫੁਲਕਾਰੀਆਂ, ਫਿਰ ਅਸੀਂ ਸੋਚਿਆ ਕਿ ਪਿੰਡਾਂ ਦੀਆਂ ਔਰਤਾਂ ਨੂੰ ਜਿਹੜਾ ਮਤਲਬ ਨਾਲ ਜੋੜਿਆ ਜਾਵੇ। ਫਿਰ ਇੱਕ ਪਿੰਡ 'ਚ ਗਏ, ਉੱਥੇ ਅਸੀਂ ਮਤਲਬ ਲੇਡੀਜ਼ ਨੂੰ ਸਿਖਾਇਆ, ਕੁੜੀਆਂ ਨੂੰ ਸਿਖਾਇਆ, ਕਈਆਂ ਨੂੰ ਆਉਂਦਾ ਵੀ ਸੀਗੀ, ਇਹ ਸੱਚ ਹੈ ਕਿਉਂਕਿ ਉਹ ਸਾਡੇ ਤੋਂ ਜ਼ਿਆਦਾ ਵੀ ਟ੍ਰੇਨਡ ਸੀਗੇ। ਉਹਨਾਂ ਕੋਲ ਬਹੁਤ ਸਾਰੇ ਮਤਲਬ ਡਿਜ਼ਾਈਨਾਂ ਦੇ ਵਿੱਚ ਵੀ ਹੱਥ ਸਾਫ਼ ਸੀਗਾ। ਫਿਰ ਅਸੀਂ ਉਹ ਇੱਕ ਪਿੰਡ ਤੋਂ ਜੋੜਿਆ ਤੇ ਇੱਕ ਪਿੰਡ ਤੋਂ ਜੁੜਦੇ ਆ ਸਾਡੇ ਨਾਲ 25 ਪਿੰਡ ਜਿਹੜੇ ਜੁੜੇ ਹੋਏ। ਤੇ ਉਹਨਾਂ ਦੇ ਘਰ ਦੀਆਂ ਪਰੇਸ਼ਾਨੀਆਂ ਇਹ ਹੈ ਕਿ ਜੇ ਮੈਂ ਫੈਕਟਰੀ ਦੇ ਰਾਹ ਉਹਨਾਂ ਨੂੰ ਕੰਮ ਕਰਾਵਾਂ, ਮੈਂ ਪੱਟੀ ਸੱਦ ਕੇ ਕੰਮ ਕਰਾਵਾਂ, ਸਾਡੇ ਏਰੀਏ 'ਚ ਅੱਜ ਵੀ ਟਰਾਂਸਪੋਰਟ ਦੇ ਸਾਧਨ ਬਹੁਤ ਘੱਟ ਆ, ਉਹਨਾਂ ਦੇ ਆਵਾਜਾਈ ਦੇ, ਉਹਨਾਂ ਨੂੰ ਸਪੈਸ਼ਲ ਇੱਕ ਬੰਦਾ ਘਰ ਦਾ ਛੱਡ ਕੇ ਜਾਵੇ, ਸ਼ਾਮ ਨੂੰ ਲੈ ਕੇ ਜਾਵੇ, ਪਰ ਉਹਨਾਂ ਨੂੰ ਇੰਨੀ ਵੀ ਪਰਮਿਸ਼ਨ ਨਹੀਂ ਹੈਗੀ। ਇਸ ਗੱਲ 'ਚ ਮੈਨੂੰ ਕਹਿਣ ਦੀ ਝਿਜਕ ਨਹੀਂ, ਔਰਤਾਂ ਨੂੰ ਅੱਜ ਵੀ ਇੰਨੀ ਪਰਮਿਸ਼ਨ ਨਹੀਂ ਹੈਗੀ ਸਾਡੇ ਏਰੀਏ 'ਚ ਕਿ ਉਹਨਾਂ ਨੂੰ ਇਕੱਲੀਆਂ ਵੀ ਭੇਜ ਦਿੱਤਾ ਜਾਵੇ। ਇੱਕ ਕੁੜੀ ਨੇ ਜੇ ਜਾਣਾ ਹੁੰਦਾ ਨਾ ਸ਼ਹਿਰ ਤੱਕ, ਉੱਥੋਂ ਵੀ ਇਹ ਸੱਚ ਆ ਕਿ ਉਹਨੂੰ ਭਰਾ ਨਾਲ ਭੇਜਿਆ ਜਾਵੇ। ਭਰਾ ਭਾਵੇਂ ਐਡਾ ਕੁ ਹੋਵੇ, ਉਹ ਭਾਵੇਂ ਕੁਛ ਵੀ ਨਾ ਕਰ ਸਕੇ, ਪਰ ਫਿਰ ਵੀ ਉਹਨੂੰ ਕਿਹਾ ਜਾਂਦਾ ਕਿ ਨਹੀਂ ਤੂੰ ਆਪਣੇ ਭਰਾ ਨੂੰ ਲੈ ਜਾ, ਆਪਣੇ ਕਿਸੇ ਨੂੰ ਨਾਲ ਲੈ ਜਾ ਕਿ ਤੈਨੂੰ ਸੇਫਟੀ ਹੋਊਗੀ। ਮਤਲਬ ਇੱਕ ਇਸ ਚ ਮੰਨਿਆ ਜਾਂਦਾ ਕਿ ਮਰਦ ਸਾਡੀ ਰੱਖਿਆ ਜ਼ਿਆਦਾ ਕਰ ਸਕਦਾ ਹੈ, ਅਸੀਂ ਸ਼ਾਇਦ ਕਮਜ਼ੋਰ ਹਾਂ, ਅਸੀਂ ਸ਼ਾਇਦ ਇਹ ਸਾਨੂੰ ਦਿਖਾਇਆ ਜਾਂਦਾ ਹੈ। ਪਰ ਅਸੀਂ 7 ਸਾਲਾਂ ਦੇ ਵਿੱਚ ਇਸ ਬਦਲਾਵ ਨੂੰ ਬੜਾ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੇ ਦਿਮਾਗ 'ਚ ਇਹ ਗੱਲ ਬਿਠਾਈ ਜਾਵੇ ਕਿ ਜੇ ਔਰਤ ਕਮਾਉਂਦੀ ਹੈ ਤੇ ਉਹ ਕਿਸੇ ਪਾਸਿਓਂ ਕਮਜ਼ੋਰ ਨਹੀਂ। ਬਿਲਕੁਲ, ਕਿਸੇ ਪਾਸਿਓਂ ਵੀ ਕਮਜ਼ੋਰ ਨਹੀਂ। ਸਾਡੇ ਤੇ ਕਿੱਡੀ ਵੀ ਵੱਡੀ ਮੁਸੀਬਤ ਆ ਜੇ ਅਸੀਂ ਪੜ੍ਹੇ ਲਿਖੇ ਆ ਜਾਂ ਸਾਡੇ ਕੋਲ ਕੋਈ ਵੀ ਹੁਨਰ ਆ, ਅਸੀਂ ਕਮਾਉਂਦੇ ਆ ਨਾ, ਸਾਡੇ ਤੇ ਕਿੱਡੀ ਵੀ ਵੱਡੀ ਦਿੱਕਤ ਆ ਜੇ ਅਸੀਂ ਕਿਤੇ ਕਮਜ਼ੋਰ ਨਹੀਂ। ਹੁਣ ਸਾਡੇ ਨਾਲ ਕਈ ਪਿੰਡਾਂ ਦੀਆਂ ਔਰਤਾਂ ਇਹੋ ਜਿਹੀਆਂ ਕੰਮ ਕਰਦੀਆਂ ਜਿਨ੍ਹਾਂ ਦੇ ਹਸਬੈਂਡ ਉਹਨਾਂ ਨੂੰ ਛੱਡ ਚੁੱਕੇ ਆ। ਅਸੀਂ ਖੁਦ 7 ਸਾਲ ਹੋ ਗਏ ਇੱਕ ਲੇਡੀ ਨਾਲ ਕੰਮ ਕਰਦੇ, ਉਹਦੇ 2 ਕੁੜੀਆਂ, ਤੇ ਉਹ ਇਕੱਲੀ ਘਰ ਚਲਾਉਂਦੀ ਆ। ਉਹਦਾ ਹਸਬੈਂਡ ਛੱਡ ਕੇ ਤੇ ਉਹਨੇ ਸੈਕਿੰਡ ਮੈਰਿਜ ਕਰਾਈ ਹੈ ਕਿਤੇ, ਤੇ ਉਹਦਾ ਹਸਬੈਂਡ ਉਹਨੂੰ ਕਹਿੰਦਾ ਵੀ ਆ ਮੈਂ ਹੁਣ ਆ ਜਾ, ਮਤਲਬ ਕਿ ਮੈਂ ਤੇਰੀਆਂ ਕੁੜੀਆਂ ਦੀ ਮਤਲਬ ਮੈਂ ਦੇਖਭਾਲ ਕਰ ਲੈਣਾ। ਉਹ ਨਹੀਂ, ਉਹ ਕਹਿੰਦੀ ਮੈਂ ਆਪਣੇ ਤੇ ਅੱਜ ਇੰਨੀ ਮਤਲਬ ਮੈਂ ਆਪਣੇ ਤੇ ਕਮਾਉਂਦੀ ਹਾਂ, ਮੇਰਾ ਘਰ ਦਾ 4-5 ਹਜ਼ਾਰ ਨਾਲ ਖਰਚਾ ਚੱਲ ਜਾਂਦਾ, ਮੇਰੇ ਬੱਚੇ ਕੁੜੀਆਂ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੀਆਂ, ਮੈਨੂੰ ਇੰਨੀ ਦਿੱਕਤ ਨਹੀਂ। ਸੋ ਇੱਦਾਂ ਮਤਲਬ ਬਹੁਤ ਔਰਤਾਂ ਨੇ ਸਿੱਖਿਆ ਵੀ ਆ ਕਿ ਜਿਹੜਾ ਕਮਾਈ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਬਿਲਕੁਲ। ਅੱਛਾ, ਦਾ ਫੁਲਕਾਰੀ ਗਰਲ ਦੇ ਨਾਂ ਤੋਂ
ਕਾਫੀ ਜੇ ਅਸੀਂ ਦੇਖੀਏ ਕਿ ਜਦੋਂ ਸਾਡੇ ਕੋਈ ਵੀ ਰਿਸ਼ਤੇਦਾਰ ਪੰਜਾਬ 'ਚ ਅਸੀਂ ਜਦੋਂ ਦੇਖਦੇ ਹਾਂ ਵਿਦੇਸ਼ ਤੋਂ ਆਉਂਦੇ ਆ ਤੇ ਅਸੀਂ ਉੱਥੋਂ ਦੇ ਬ੍ਰਾਂਡ ਉਹ ਭਾਵੇਂ ਗ੍ਰੇ ਮਾਰਕੀਟ 'ਚੋਂ ਹੀ ਲੈ ਕੇ ਆਉਣ ਮੰਗਵਾਏ ਜਾਂਦੇ ਆ, ਪਰ ਤੁਸੀਂ ਇੱਕ ਉਲਟਾ ਟ੍ਰੈਂਡ ਚਲਾ ਦਿੱਤਾ, ਤੁਹਾਡੀਆਂ ਫੁਲਕਾਰੀਆਂ ਬਾਹਰ ਮੰਗਾਈਆਂ ਜਾਂਦੀਆਂ। ਸੋ ਬੀਬੀਆਂ ਮਾਣ ਦੇ ਨਾਲ ਲੈਂਦੀਆਂ ਹੈਗੀਆਂ। ਪਹਿਲਾਂ ਤੇ ਇਹਨੂੰ ਕਿਵੇਂ ਦੇਖਦੇ ਆ? ਇਹਨੂੰ ਬਹੁਤ ਵੱਡੀ ਉਪਲਬਧੀ ਨਹੀਂ, ਬਹੁਤ ਹਜੇ ਫਿਲਹਾਲ ਛੋਟੀ ਜੀ ਉਪਲਬਧੀ ਮੈਂ ਕਹੂੰਗੀ ਕਿ ਜੇ ਬਾਹਰ ਦੇ ਵਿਦੇਸ਼ੀ ਸਾਡੀਆਂ ਫੁਲਕਾਰੀਆਂ ਨੂੰ ਪਸੰਦ ਕਰਦੇ ਆ। ਐਕਚੁਅਲੀ ਅਸੀਂ ਵਿਦੇਸ਼ਾਂ 'ਚ ਬੈਠੇ ਸਾਡੇ ਦੂਰ ਦੇ ਨਹੀਂ ਕੋਈ, ਉਹ ਸਾਡੇ ਆਪਣੇ ਹੀ ਆ, ਸਾਡੇ ਇੱਥੋਂ ਘਰਾਂ 'ਚੋਂ ਗਏ ਆ, ਸਾਡੇ ਆਪਣੇ ਭੈਣ ਭਰਾਵਾਂ, ਤੇ ਉਹ ਜੇ ਸਾਡੀ ਚੀਜ਼ ਨੂੰ ਪਸੰਦ ਕਰਦੇ ਆ ਤੇ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸਾਡਾ ਕੋਈ ਆਪਣਾ ਹੀ ਸਾਡੀ ਚੀਜ਼ ਨੂੰ ਅੱਗੇ ਲੈ ਕੇ ਜਾਂਦੇ ਆ। ਸੋ ਆਪਾਂ ਅਸੀਂ ਫੋਰਨਰਸ ਨੂੰ ਹੁਣ ਜਿਹੜੇ ਸਾਡੇ ਥੈਲੇ ਬਣਦੇ ਆ ਇਦਾਂ ਦੇ, ਉਹ ਬਹੁਤ ਗਿਫਟ ਕਰਦੇ ਆ ਜਾਂ ਉਹਨਾਂ ਨੂੰ ਦਿੰਦੇ ਆ ਤੇ ਉਹ ਬੜੇ ਚਾਅ ਨਾਲ ਲੈਂਦੇ ਆ। ਉੱਥੇ ਸਾਡੀ ਮਾਣ ਵਾਲੀ ਗੱਲ ਹੋ ਸਕਦੀ ਹੈ ਕਿ ਅਸੀਂ ਕਿਸੇ ਦੂਜੇ ਸਟੇਟ ਦੇ ਜਾਂ ਦੂਜੀ ਕੰਟਰੀ ਦੇ ਬੰਦੇ ਨੂੰ ਅਸੀਂ ਦਿੱਤਾ, ਪਰ ਜਿਹੜੇ ਸਾਡੇ ਆਪਣੇ ਆ ਉਹ ਫੁਲਕਾਰੀ ਨੂੰ ਪਸੰਦ ਕਰਦੇ ਆ। ਇਹ ਤਾਂ ਸਾਡੇ ਲਈ ਬਹੁਤ ਵੱਡੀ ਗੱਲ ਹੈ ਕਿ ਸਾਡੇ ਵਿਦੇਸ਼ੀ ਜਿਹੜੇ ਬਾਹਰ ਬੈਠੇ ਆ ਉਹ ਅੱਜ ਵੀ ਸਾਡੇ ਵਿਰਸੇ ਨੂੰ ਸੰਭਾਲੀ ਜਾਂਦੇ ਆ ਜੀ। ਸੋ ਜ਼ਿਆਦਾਤਰ ਜਿਹੜੀਆਂ ਫੁਲਕਾਰੀ ਨੇ ਤੁਹਾਡੀਆਂ ਹੱਥ ਦੀਆਂ ਕੱਢੀਆਂ ਹਨਾ, ਬਹੁਤ ਟਾਈਮ ਲੱਗਦਾ। ਤੁਸੀਂ ਦੱਸ ਰਹੇ ਸੀ ਕਿ ਕਈ ਫੁਲਕਾਰੀਆਂ ਦਾ ਇੰਨਾ ਜ਼ਿਆਦਾ ਬਰੀਕੀ ਦਾ ਕੰਮ ਹੁੰਦਾ ਕਿ ਬਾਗ ਇਹ 3-3 ਮਹੀਨੇ ਲੈ ਜਾਂਦੇ ਆ। ਇਹੋ ਜਿਹੀਆਂ ਚੀਜ਼ਾਂ ਇਹ 3-3 ਮਹੀਨੇ ਲੈ ਜਾਂਦੇ ਆ ਸੰਭਾਲ। ਸੋ ਮਤਲਬ ਇਹਨਾਂ ਨੂੰ ਹੱਥ ਔਰ ਕਢਾਈ ਵੀ ਸਾਰੀ ਤੁਸੀਂ ਚਾਹੁੰਦੇ ਤੁਸੀਂ ਮਸ਼ੀਨਾਂ ਵੀ ਰੱਖ ਸਕਦੇ ਸੀ, ਮਸ਼ੀਨੀ ਯੁੱਗ ਹੈ, ਹੱਥਾਂ ਦੀ ਕਢਾਈ ਹੀ ਕਿਉਂ? ਕਿਉਂਕਿ ਇਹ ਲੁਪਤ ਹੁੰਦੀ ਜਾਂਦੀ ਹੈ। ਇਹ ਸੋਚਣ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਕਲਾਵਾਂ ਹੈ ਜਿਹੜੀਆਂ ਲੁਪਤ ਹੁੰਦੀਆਂ ਜਾਂਦੀਆਂ। ਇਹ ਸਾਡੀ ਯੂਥ ਹੀ ਸੰਭਾਲ ਸਕਦੀ ਹੈ, ਸਾਡੇ ਵਰਗੇ ਯੰਗਸਟਰਸ ਜਿਹੜੇ ਇਹੋ ਜਿਹੇ ਕੰਮਾਂ ਨੂੰ ਸੰਭਾਲ ਸਕਦੇ ਆ, ਨਹੀਂ ਤੇ ਇਹ ਸੱਚੀ ਲੁਪਤ ਹੋ ਜਾਂਦੀਆਂ ਪਈਆਂ। ਹੁਣ ਤੁਸੀਂ ਕਿਸੇ ਪਿੰਡਾਂ ਦੇ ਵਿੱਚ ਕਦੀ ਵੀ ਜਿਹੜਾ ਤੂੰਬੀ ਨਹੀਂ ਵੇਖੀ ਹੋਊਗੀ ਵਜਾਉਂਦੇ, ਆਮ ਘਰੇ ਝੋਲੇ ਨਹੀਂ ਲੈਂਦੇ ਵੇਖੇ ਹੋਏ। ਅਸੀਂ 5 ਸਾਲ ਹੋ ਗਏ ਝੋਲਿਆਂ ਤੇ ਕੰਮ ਕਰਦੇ ਹਾਂ, ਚਾਹੇ ਅਸੀਂ ਪੰਜਾਬੀ ਮਾਂ ਬੋਲੀ ਨੂੰ ਪ੍ਰਸਿੱਧ ਕਰਨ ਦੇ ਲਈ ਕਰਦੇ ਹਾਂ, ਪਰ ਅਸੀਂ ਝੋਲੇ ਹੀ ਦਿੰਦੇ ਹਾਂ, ਕਿਸੇ ਨੂੰ ਲਿਫਾਫਾ ਨਹੀਂ ਦਿੰਦੇ। ਇਹਦੇ ਚ ਝੋਲੇ 'ਚ ਹੀ ਪਾ ਕੇ ਬਾਗ ਫੁਲਕਾਰੀ ਸਾਡੀ ਜਾਂਦੀ ਹੈ। ਤੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਤੇ ਜੇ ਆਪਾਂ ਸੋਚ ਵਿਚਾਰ ਕਰੀਏ ਕਿ ਪੰਜਾਬ ਕਿਹੜੇ ਪਾਸੇ ਨੂੰ ਤੁਰਿਆ ਜਾਂਦਾ ਹੈ, ਅਸੀਂ ਆਪ ਹੀ ਉਹਨਾਂ ਚੀਜ਼ਾਂ ਨੂੰ, ਅਸੀਂ ਆਲਸ ਦੇ ਮਾਰੇ ਸ਼ਾਇਦ ਉਹਨਾਂ ਚੀਜ਼ਾਂ ਨੂੰ ਜਿਹੜਾ ਲਈ ਜਾਂਦੇ ਆ ਕਿ ਸਾਡਾ ਸਮਾਂ ਬਚ ਜਾਊਗਾ। ਜਾਂ ਇਹ ਚੀਜ਼ ਮੈਂ 3 ਮਹੀਨੇ ਦੀ ਗੱਲ ਕਰਾਂ, ਕੋਈ ਭਾਵੇਂ 6 ਮਹੀਨਿਆਂ 'ਚ ਭਾਵੇਂ ਸਾਲ 'ਚ ਫੁਲਕਾਰੀ ਕੱਢਦੀ ਸੀ ਕੋਈ ਬੀਬੀ ਨਾਨੀ ਸਾਡੇ ਲਈ, ਪਰ ਉਹ ਬੜੀਆਂ ਰੀਝਾਂ ਲਾਉਂਦੀ ਸੀ। ਬਿਲਕੁਲ, ਬੜੀਆਂ ਸੀਸਾਂ, ਕਿੰਨੀਆਂ ਸੀਸਾਂ ਉਹ ਜਿਹੜੀਆਂ ਉਸ ਚੀਜ਼, ਚਾਹੇ ਅੱਜ ਵੀ ਕਿਸੇ ਦੇ ਘਰ 'ਚ ਦਾਦੀ ਨਾਨੀ ਦੀ ਪੁਰਾਣੀ ਬਾਗ ਫੁਲਕਾਰੀ ਹੋਊਗੀ ਤੇ ਉਹਦੇ 'ਚ ਬਹੁਤ ਸਾਰੀਆਂ ਰੀਝਾਂ, ਬਹੁਤ ਸਾਰੀਆਂ ਅਸੀਸਾਂ, ਉਹ ਸ਼ਾਇਦ ਕਿ ਜਿਹੜਾ ਲਵੇ ਉਹਦਾ ਵਿਅਹਤਾ ਜੀਵਨ ਸੁਖੀ ਰਵੇ, ਬਹੁਤ ਸਾਰੀਆਂ ਰੀਝਾਂ। ਸ਼ਗਨਾਂ ਦੇ ਉਹ ਕੰਮਾਂ ਤੇ ਆਪਾਂ ਵਰਤਦੇ ਹਾਂ, ਫੁਲਕਾਰੀ ਤੇ ਆਪਾਂ ਉੱਦਾਂ ਵਰਤਦੇ ਵੀ ਨਹੀਂ। ਸੋ ਇਹ ਜਿਹੜੀਆਂ ਚੀਜ਼ਾਂ ਹੈ, ਇਹ ਸਾਡੇ ਕੋਲ ਸਮਾਂ ਘੱਟ ਹੁੰਦਾ ਗਿਆ ਤੇ ਅਸੀਂ ਮਸ਼ੀਨੀਕਰਨ ਵੱਲ ਤੁਰਦੇ ਗਏ, ਅਸੀਂ ਆਲਸੀ ਵੀ ਹੁੰਦੇ ਜਾਂਦੇ ਹਾਂ। ਬਿਲਕੁਲ ਬਿਲਕੁਲ, ਦਿਨ ਬ ਦਿਨ ਅਸੀਂ ਆਲਸੀ ਹੋਈ ਜਾਂਦੇ ਹਾਂ। ਅਸੀਂ ਆਪਣੇ ਕੰਮਾਂ 'ਚ ਹੀ ਇੰਨਾ ਉਲਝ ਗਏ ਕਿ ਅਸੀਂ ਆਪਣੀਆਂ ਸ਼ੌਂਕ ਹੀ ਮਾਰਤੇ। ਬਿਲਕੁਲ। ਸੋ ਜਿਵੇਂ ਤੁਸੀਂ ਕਿਹਾ ਕਿ ਬੜੀ ਇੱਕ ਸਬਰ ਦੀ ਗੱਲ ਵੀ ਹੈ ਫੁਲਕਾਰੀ ਕੱਢਣਾ, ਹਨਾ, ਕਿਤੇ ਨਾ ਕਿਤੇ ਔਰਤ ਦੀ ਜਿਹੜੀ ਸਿਰਜਣ ਸ਼ਕਤੀ ਆ ਜਾਂ ਉਹਦੀ ਜਿਹੜੀ ਸੁਪਨ ਸਾਜੀ ਆ, ਪੁਰਾਣੇ ਟਾਈਮ 'ਚ ਜੇ ਉਹ ਫੁਲਕਾਰੀ ਕੱਢਦੀ ਸੀ ਤਾਂ ਫੁਲਕਾਰੀ ਦੇ ਉੱਤੇ ਉਸ ਵੇਲੇ ਉਹਦਾ ਜੀਵਨ ਹੋਰ ਵੀ ਤੰਗ ਦਿਲੀ ਵਾਲਾ ਸੀ। ਤਾਂ ਕਿਤੇ ਨਾ ਕਿਤੇ ਉਹ ਮੋਰ, ਘੁੱਗੀਆਂ ਜਾਂ ਉਹ ਰਾਜਕੁਮਾਰ ਜਿਹੜੇ ਉਹਦੇ ਸੁਪਨਿਆਂ 'ਚ ਆਉਂਦੇ ਸੀ, ਉਹਨਾਂ ਨੂੰ ਉਹ ਕਿਤੇ ਨਾ ਕਿਤੇ ਫੁਲਕਾਰੀ ਦੇ ਉੱਤੇ ਉਹ ਲੇਖਦੀ ਸੀ। ਜਾਂ ਜੇ ਕੋਈ ਕੁੜੀ ਆਪਣਾ ਦਾਜ ਬਣਾਉਂਦੀ ਸੀ ਫੁਲਕਾਰੀਆਂ ਦੇ ਜ਼ਰੀਏ ਤਾਂ ਆਪਣੀਆਂ ਭਾਵਨਾਵਾਂ ਉਸ ਕਢਾਈ ਦੇ ਜ਼ਰੀਏ ਵੀ ਬਾਹਰ ਕੱਢਦੀ ਸੀਗੀ। ਸੋ ਉਹ ਜਿਹੜਾ ਹੈਗਾ ਉਹ ਜ਼ਰੂਰ ਘਟਿਆ ਆ। ਬਿਲਕੁਲ, ਮਤਲਬ ਸਾਡੇ ਕੋਲ ਐਂਟਰਟੇਨਮੈਂਟ ਦੇ ਸਾਧਨ ਵੱਧ ਗਏ ਤੇ ਅਸੀਂ ਇਹਨਾਂ ਚੀਜ਼ਾਂ ਤੋਂ ਸ਼ੌਂਕ ਕਰਨੇ ਘੱਟ ਗਏ। ਆਪਾਂ ਚਾਦਰਾਂ ਕੱਢਦੀਆਂ ਹੁੰਦੀਆਂ ਸੀ, ਪੇਂਟ ਕਰਨਾ, ਇਹੋ ਜਿਹੀਆਂ ਚੀਜ਼ਾਂ ਬਹੁਤ ਸਾਰੀਆਂ। ਜੇ ਆਪਣੇ ਘਰਾਂ 'ਚ ਗਰਮੀਆਂ ਸਰਦੀਆਂ ਦੇ ਵਿੱਚ ਇੰਨੀਆਂ ਵੈਰਾਈਟੀਆਂ ਬਣਦੀਆਂ ਸੀ, ਹੁਣ ਆਪਾਂ ਕਦੀ ਕਿਸੇ ਘਰ 'ਚ ਨਹੀਂ ਵੇਖੀਆਂ। ਕਿਤੇ ਅਲਸੀ ਬਣਨੀ, ਕਿਤੇ ਵੇਸਣ ਬਣਨਾ। ਸੋ ਆਪਣੇ ਹੌਲੀ ਆਪਾਂ ਆਪਣੇ ਚਾਅ ਖਤਮ ਕਰਤੇ ਤੇ ਆਪਾਂ ਆਲਸੀ ਹੋ ਗਏ ਤੇ ਇਹਨਾਂ ਚੀਜ਼ਾਂ ਦੇ ਵੱਲ ਆਪਣੇ ਰੁਝਾਨ ਹੀ ਘਟਦੇ ਗਏ। ਇਹ ਸਾਡੇ ਚਾਵਾਂ ਨਾਲ, ਸਦਰਾਂ ਨਾਲ, ਇਹ ਬਹੁਤ ਸਬਰ ਮੰਗਦੀ ਹੈ ਫੁਲਕਾਰੀ। ਤੁਹਾਡੇ ਕੋਲ ਬਾਗ ਤੇ ਬਹੁਤ ਜ਼ਿਆਦਾ ਸਬਰ ਮੰਗਦਾ, 2-3 ਮਹੀਨੇ ਦਾ, ਕਿਸੇ ਕੋ 4 ਮਹੀਨੇ ਵੀ ਚੀਜ਼ ਲੱਗ ਜਾਂਦੀ ਹੈ, ਕਿਉਂਕਿ ਇੱਕ ਸੂਈ ਨਾਲ ਦੰਦ ਪਾਉਣਾ ਬਹੁਤ ਸੌਖੀ ਗੱਲ ਨਹੀਂ। ਤੇ ਉਸ ਸੂਈਆਂ ਦੇ ਨਾਲ ਸਾਡੇ ਉਂਗਲਾਂ 'ਚ ਸੂਈਆਂ ਜਦੋਂ ਵੱਜਦੀਆਂ ਉਦੋਂ ਅਸੀਂ ਔਖੇ ਵੀ ਹੁੰਦੇ ਹਾਂ, ਚਾਹੇ 3 ਦਿਨ ਪੱਟੀ ਮੰਨ ਕੇ ਸਾਡੀ ਸ਼ਾਇਦ ਉਂਗਲ ਵੀ ਨਾ ਕੰਮ ਕਰੇ, ਪਰ ਇਹ ਹੈ ਕਿ ਫਿਰ ਅਸੀਂ ਉਸ ਚੀਜ਼ ਨੂੰ ਪੱਟੀ ਖੋਲ ਕੇ ਤੇ ਫਿਰ ਅਸੀਂ ਕੱਢਣੀ ਸ਼ੁਰੂ ਕਰਦੇ ਹਾਂ। ਸੋ ਬਹੁਤ ਸਬਰ ਨਾਲ ਚੀਜ਼ਾਂ ਕੱਢੀਆਂ ਜਾਂਦੀਆਂ ਨੇ। ਅੱਛਾ ਮਨਪ੍ਰੀਤ, ਜਿਵੇਂ ਮੈਂ ਦੇਖਿਆ ਕਿ ਤੁਸੀਂ ਆਪਣੇ ਘਰ ਤੋਂ ਹੀ ਬਿਜ਼ਨਸ ਚਲਾ ਰਹੇ ਹੈਗੇ, ਠੀਕ ਹੈ, ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੈਗੇ ਆ, ਤੁਹਾਡੀ ਵੈਬਸਾਈਟਸ ਜਾਂ ਤੁਹਾਡੇ ਜਿਹੜਾ ਚੈਨਲਸ ਦੇ ਥਰੂ ਜਿਹੜਾ ਹੈਗਾ ਤੁਹਾਨੂੰ ਕੰਮ ਆ ਰਿਹਾ ਹੈਗਾ, ਪਰ ਤੁਸੀਂ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਇੱਕ ਫੈਕਟਰੀ ਲਗਾ ਲਾਂ ਜਾਂ ਇੱਕ ਸ਼ਾਪ ਵਾਂਗੂ ਮੇਰੇ ਕੋਲ, ਜਿਵੇਂ ਅੱਜ ਕੱਲ੍ਹ ਅਸੀਂ ਬੁਟੀਕ ਸਟਾਈਲ ਦੇਖਦੇ ਹਾਂ, ਆਪਾਂ ਉੱਥੇ ਬੀਬੀਆਂ ਕੱਟੀਆਂ
ਫੈਕਟਰੀਆਂ ਹੁੰਦੀਆਂ ਕੰਮ ਕਰਦੀਆਂ, ਤੁਸੀਂ ਇਸ ਤਰ੍ਹਾਂ ਦਾ ਕੁਝ ਕਿਉਂ ਨਹੀਂ ਸੋਚਿਆ? ਕਿਉਂਕਿ ਜਿਹੜਾ ਮੇਰਾ ਏਰੀਆ ਜਿਵੇਂ ਇੱਥੇ ਇੱਕ ਮੈਂ ਫੈਕਟਰੀ ਚਲੋ ਲਾਉਣ ਨੂੰ ਮੈਂ ਕਹਾਂ ਮੈਂ ਆਪਣੀ ਘਰ ਦੇ ਵਿੱਚ ਫੈਕਟਰੀ ਲਾਣਾ, ਪਰ ਉਹ ਜਿਹੜੀਆਂ ਸਾਡੀਆਂ ਅਸਲੀ ਕਾਰੀਗਰ ਹੈ ਨਾ ਉਹ ਪਿੰਡਾਂ ਦੇ ਘਰਾਂ 'ਚ ਬੈਠੇ ਆ, ਉਹਨਾਂ ਨੂੰ ਬਾਹਰ ਜਾਣ ਦੀ ਪਰਮਿਸ਼ਨ ਨਹੀਂ ਹੈਗੀ। ਉਹਨਾਂ ਨੇ ਜੇ ਬਾਹਰ ਜਾਣਾ ਤੇ ਆਪਣੇ ਆਦਮੀ ਨਾਲ ਜਾਣਾ, ਜਾਂ ਜੇ ਕਿਸੇ ਨੇ ਕੁੜੀ ਨੇ ਬਾਹਰ ਜਾਣਾ ਤੇ ਆਪਣੇ ਭਰਾ ਨਾਲ ਜਾਣਾ ਜਾਂ ਆਪਣੇ ਪਿਓ ਨਾਲ ਜਾਣਾ। ਸੋ ਉਹ ਜਿਹੜੇ ਅਸਲੀ ਆਰਟਿਸਟ ਆ, ਜਿਹੜੇ ਅਸਲੀ ਕਲਾ, ਜਿਹੜੇ ਕਾਰੀਗਰ ਆ ਇਸ ਚੀਜ਼ ਦੇ, ਉਹ ਖਤਮ ਹੋ ਜਾਣਗੇ। ਉਹ ਮੇਰੇ ਤੱਕ ਪਹੁੰਚ ਨਹੀਂ ਕਰਨਗੇ ਜਾਂ ਮੈਂ ਉਹਨਾਂ ਤੱਕ ਪਹੁੰਚ ਕਦੀ ਵੀ ਨਹੀਂ ਕਰ ਪਾਉਂਗੀ, ਕਿਉਂਕਿ ਆਪਾਂ ਨੂੰ ਚਾਹੀਦੇ ਹੁੰਦੇ ਆ। ਫਿਰ ਜਦੋਂ ਆਪਾਂ ਇੱਕ ਫੈਕਟਰੀ 'ਚ ਹੁੰਦੇ ਆ ਨਾ, ਆਪਾਂ ਨੂੰ ਲੱਗਦਾ ਕਿ ਦਿਨ ਦਾ ਮੈਂ ਇੰਨਾ ਕੰਮ ਕਰਾਉਣਾ, ਮੈਂ ਇਹਨੂੰ ਪੇਮੈਂਟ ਕਰਨੀ ਆ। ਸਾਡੇ ਦਿਮਾਗ ਦੇ ਵਿੱਚ ਉਹ ਚੱਲਦਾ ਹੈ, ਬਿਜ਼ਨਸ ਚੱਲਦਾ ਹੈ। ਅਸੀਂ ਕਦੀ ਬਿਜ਼ਨਸ ਦੇ ਪੁਆਇੰਟ ਆਫ ਵਿਊ ਨਾਲ ਇੰਨਾ ਸੋਚਿਆ ਨਹੀਂ। ਹਾਂ, ਅਸੀਂ ਆਰਥਿਕ ਤੰਗੀ ਤੋਂ ਨਿਕਲ ਕੇ ਵੀ ਇੱਥੇ ਤੱਕ ਆਏ ਹਾਂ ਅੱਜ। ਜਿਵੇਂ ਅਸੀਂ 7 ਸਾਲ ਦੇ ਕੰਮ ਕਰਦੇ ਹਾਂ, ਜ਼ਰੂਰੀ ਹੈ ਅਸੀਂ ਪੈਸੇ ਲਈ ਕਰ ਰਹੇ ਹਾਂ, ਪਰ ਕਿਤੇ ਨਾ ਕਿਤੇ ਅਸੀਂ ਉਹਨਾਂ ਚੀਜ਼ਾਂ ਨੂੰ ਬੌਂਡ ਨਹੀਂ ਕਰਨਾ ਚਾਹੁੰਦੇ, ਖ਼ਤਮ ਨਹੀਂ ਕਰਨਾ ਚਾਹੁੰਦੇ ਕਿ ਜਿਹੜੀ ਸਾਡੀ ਅਸਲੀ ਇਮੈਜੀਨੇਸ਼ਨ ਆ, ਜਿਹੜੀ ਅਸੀਂ ਅਸਲੀ ਦਿਮਾਗ ਦੇ ਨਾਲ ਕੰਮ ਕਰਦੇ ਹਾਂ ਕਿ ਆਹ ਰੰਗ ਇੱਦਾਂ। ਹੁਣ ਕਈ ਰੰਗ ਹੁੰਦੇ ਆ, ਜਿਸ ਤਰ੍ਹਾਂ ਅਸੀਂ ਸਾਰੇ ਰੰਗ ਉਹਨਾਂ ਨੂੰ ਸੁਜੈਸਟ ਕਰਕੇ ਨਹੀਂ ਦੱਸਦੇ ਕਿ ਆਹ ਰੰਗ ਇੱਦਾਂ ਪੈ ਜਾਏ। ਕਈ ਰੰਗ ਉਹ ਆਪਣੇ ਚਾਅ ਨਾਲ ਪਾ ਦਿੰਦੇ, ਨਹੀਂ ਦੀਦੀ ਆਹ ਰੰਗ ਇਹਦੇ ਨਾਲ ਸੋਹਣਾ ਲੱਗਦਾ, ਆਹ ਚੀਜ਼ ਇਹਦੇ ਨਾਲ ਸੋਹਣੀ ਲੱਗਦੀ ਹੈ ਦੀਦੀ, ਆਹ ਇੱਦਾਂ ਚੰਗੀ ਲੱਗੂਗੀ। ਅਸੀਂ ਕਹਿੰਦੇ ਚੱਲ ਕਰ ਲਾ, ਜਿੱਦਾਂ ਵੀ ਹੈ ਤੇਰਾ ਮਨ ਲੱਗਦਾ, ਤੇ ਉਹ ਚੀਜ਼ ਸੋਹਣੀਆਂ ਉੱਭਰ ਕੇ ਆਉਂਦੀਆਂ। ਜੇ ਆਪਾਂ ਉਸੇ ਫੈਕਟਰੀ ਜਾਂ ਬੁਟੀਕ ਸਿਸਟਮ ਨਾਲ ਆਪਾਂ ਅਗਲੇ ਦੇ ਬਰਡਨ ਪਾਈ ਜਾਵਾਂਗੇ ਨਾ, ਤੇ ਉਹ ਜਿਹੜੀ ਖੂਬਸੂਰਤੀ ਆ ਜਾਂ ਸਬਰ ਆ, ਉਹ ਕਦੀ ਉਸ ਚੀਜ਼ 'ਚ ਰਹਿ ਨਹੀਂ ਜਾਊਗਾ। ਉਹ ਆਪਾਂ ਹੋ ਜੂਗੀ ਕਿ ਮੈਂ ਇੰਨੀ ਚੀਜ਼ ਦੀ ਮਾਰਕੀਟਿੰਗ ਕਰਨੀ ਹੈ, ਮੈਨੂੰ ਅੱਜ ਇੰਨਾ ਆਰਡਰ ਆਇਆ, ਜਿਵੇਂ 1 ਲੱਖ ਦਾ ਕੰਮ ਹੈ ਤੇ ਮੈਨੂੰ ਹਫਤੇ 'ਚ ਨਿਪਟਾਉਣਾ ਤੇ ਕੰਮ ਖਤਮ ਕਰਨਾ। ਬਿਲਕੁਲ ਮੇਰੀ ਉਹ ਚੀਜ਼ ਹੋ ਜੂਗੀ। ਮੈਨੂੰ ਉਹਨਾਂ ਚੀਜ਼ਾਂ ਨਾਲ ਮੋਹ ਖਤਮ ਹੋ ਜੂਗਾ। ਹੁਣ ਜਿਸ ਤਰ੍ਹਾਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ, ਅਸੀਂ ਜਿਹੜੇ 20-25 ਪਿੰਡਾਂ ਦੇ ਨਾਲ ਕੰਮ ਕਰਦੇ ਹਾਂ, ਉਹਨਾਂ ਨਾਲ ਸਾਡੇ ਪਰਿਵਾਰਿਕ ਸੰਬੰਧ ਆ। ਉਹ ਸਾਨੂੰ ਜਾਂਦਿਆਂ ਨੂੰ ਚਾਹ ਪਾਣੀ ਵੀ ਪੁੱਛਦੇ ਆ, ਕਈ ਵਾਰ ਰੋਟੀ ਵੀ ਪੁੱਛਦੇ ਆ ਜੇ ਦੁਪਹਿਰ ਦਾ ਸਮਾਂ ਹੋਵੇ, ਤੇ ਸਾਡੇ ਨਾਲ ਗਰਮੀਆਂ ਸਰਦੀਆਂ ਦੇ ਸੀਜ਼ਨ ਦੀਆਂ ਸਬਜ਼ੀਆਂ ਵੀ ਸਾਡੇ ਘਰ ਹੁੰਦੀਆਂ ਉਹਨਾਂ ਤੋਂ। ਇਹ ਸੱਚ ਆ, ਮਤਲਬ ਸਾਡਾ ਉਹਨਾਂ ਨਾਲ ਪਰਿਵਾਰ ਵਰਗਾ ਮਾਹੌਲ ਆ। ਸਾਨੂੰ ਇਹ ਨਹੀਂ ਕਦੀ ਫੀਲ ਹੋਇਆ ਕਿ ਅਸੀਂ ਉਹ ਲੇਬਰ ਨਾਲ ਕੰਮ ਕਰਦੇ ਹਾਂ। ਅਸੀਂ, ਤੁਸੀਂ ਮੰਨਣਾ 7 ਸਾਲ ਹੋ ਗਏ, 8ਵਾਂ ਲੱਗ ਗਿਆ, ਤੇ ਅਸੀਂ ਕਦੀ ਕਿਸੇ ਨਾਲ ਬਹਿਸ ਵੀ ਨਹੀਂ ਕੀਤੀ 1 ਰੁਪਏ ਤੋਂ, ਤੇ ਸਾਨੂੰ ਕਦੀ ਐਂ ਲੱਗਾ ਵੀ ਨਹੀਂ ਕਿ ਅਸੀਂ ਉਹਨਾਂ ਨਾਲ ਕੋਈ ਗੱਲ ਨਹੀਂ ਕਰ ਸਕਦੇ। ਅਸੀਂ ਘਰ ਤਰ੍ਹਾਂ ਉਹਨਾਂ ਨਾਲ ਗੱਲ ਵੀ ਕਰ ਲੈਂਦੇ ਹਾਂ। ਮੰਨ ਲਓ ਅਸੀਂ ਕਿਤੇ ਜਾਣਾ ਤੇ ਅਸੀਂ ਉਹਨਾਂ ਨੂੰ ਕਹਿ ਦਿੰਦੇ ਕਿ ਅੱਜ ਤੁਸੀਂ ਨਾ ਆਇਓ, ਜਾਂ ਸਾਡੇ ਕਿਤੇ ਉਹਨਾਂ ਨੂੰ ਪੈਸੇ ਅਸੀਂ ਪੇਮੈਂਟ ਜਿਹੜੀ ਕਰਦੇ ਹਾਂ, ਤੇ ਜੇ ਸਾਨੂੰ ਲੱਗਾ ਕਿ ਸਾਨੂੰ ਇਸ ਟਾਈਮ ਮਤਲਬ ਗਰੁੱਪ ਨੂੰ ਪਹਿਲਾਂ ਦੇਣੀ ਆ, ਇਸ ਪਿੰਡ ਨੂੰ ਪਹਿਲਾਂ ਦੇਣੀ ਆ, ਅਸੀਂ ਉਹਨਾਂ ਨੂੰ ਕਹਿ ਵੀ ਦਿੰਦੇ ਹਾਂ ਤੁਸੀਂ 10 ਦਿਨ ਰੁਕ ਜਾਓ। ਪਰਿਵਾਰ ਵਾਂਗੂ ਸਾਡੇ ਸਮਝਦੇ ਆ। ਸੋ ਉਹ ਜਿਹੜੀ ਸਾਡੀ ਮਿੱਤਰਤਾ ਹੈ, ਉਹ ਸਾਡਾ ਜਿਹੜੀ ਸਾਂਝ ਹੈ, ਉਹ ਖਤਮ ਹੋ ਜੂਗੀ। ਬਿਲਕੁਲ। ਸੋ ਮਤਲਬ ਤੇਜ਼ੀ ਕਿਤੇ ਨਾ ਕਿਤੇ ਕਲਾ ਨੂੰ ਜਿਹੜੀ ਆ ਉਹ ਲੈ ਬੈਠੇਗੀ। ਹਾਂਜੀ। ਸੋ ਜੇ ਮੈਂ ਗੱਲ ਕਰਾਂ, ਜਿਵੇਂ ਇੱਕ ਬਿਜ਼ਨਸ ਤੁਸੀਂ ਆਪਣੇ ਦਮ ਤੇ ਹੁਣ ਤੱਕ ਤਾਂ ਚਲਾ ਰਹੇ ਸੀਗੇ, ਪਰ ਹੋਰ ਕਿਸ ਤਰ੍ਹਾਂ ਦੀਆਂ ਦਿੱਕਤਾਂ ਤੁਹਾਨੂੰ ਲੱਗਦਾ ਕਿ ਇਸ ਬਿਜ਼ਨਸ ਨੂੰ ਲੈ ਕੇ, ਕਿ ਖਾਸ ਕਰਕੇ ਫੁਲਕਾਰੀ ਜਾਂ ਸੱਭਿਆਚਾਰਕ ਚੀਜ਼ਾਂ ਜਾਂ ਬਾਗ, ਇਹਨਾਂ ਨੂੰ ਲੈ ਕੇ ਤੁਹਾਨੂੰ ਆ ਰਹੀਆਂ ਨੇ? ਸਾਡਾ ਜਿਹੜਾ ਬਿਜ਼ਨਸ ਆ, ਸਾਡੇ ਜਿਹੜੇ ਸੱਭਿਆਚਾਰ ਆ, ਇਹਨੂੰ ਵਿਖਾਵੇ ਵੱਲ ਜ਼ਿਆਦਾ ਲੈ ਕੇ ਜਾਇਆ ਜਾਂਦੇ ਆ। ਸਾਡੀਆਂ ਜਿਹੜੀਆਂ ਅਸਲੀ ਚੀਜ਼ਾਂ ਆ, ਉਹਨਾਂ ਨੂੰ ਮੇਕਅਪ ਜਾਂ ਇਹਨਾਂ ਚੀਜ਼ਾਂ ਦੇ ਵਿੱਚ ਮਤਲਬ ਵਾੜ ਕੇ ਤੇ ਵਿਖਾਇਆ ਜਾਂਦਾ ਹੈ ਕਿ ਆਹ ਚੀਜ਼ਾਂ ਸਾਡੀਆਂ ਆਪਣੀਆਂ। ਸਾਡੇ ਪਿੱਛੇ ਗਾਣੇ, ਸਾਡੇ ਜਿਹੜੇ ਅਸੀਂ ਪੁਰਾਣੇ ਗਾਣੇ ਸੁਣੀਏ ਤੇ ਉਹ ਬਹੁਤ ਸਾਦੇ ਆ। ਜੇ ਮੈਂ ਸੁਰਿੰਦਰ ਕੌਰ ਤੋਂ ਗੱਲ ਕਰਾਂ ਜਾਂ ਗੁਰਮੀਤ ਬਾਬਾ ਤੋਂ ਗੱਲ ਕਰਾਂ, ਤੇ ਉਹ ਬਿਨਾਂ ਮਿਊਜ਼ਿਕ ਤੋਂ ਵੀ ਬੜੀ ਉੱਚੀ ਹੇਕ ਨਾਲ ਗਾ ਲੈਂਦੀਆਂ ਸੀਗੀਆਂ। ਬਹੁਤ ਸਾਦੀਆਂ ਚੀਜ਼ਾਂ, ਇਹਨਾਂ ਨੂੰ ਸਾਨੂੰ ਸ਼ੋਸ਼ੇਬਾਜ਼ੀ ਦੇ ਵਿੱਚ ਨਹੀਂ ਪਾਉਣਾ ਚਾਹੀਦਾ। ਸੋ ਉਹ ਸੱਭਿਆਚਾਰ ਕਿਤੇ ਨਾ ਕਿਤੇ ਸ਼ੋਸ਼ੇਬਾਜ਼ੀ ਦੇ ਚੱਕਰ 'ਚ ਲੋਕ ਪਸੰਦ ਵੀ ਉਹ ਕਰਦੇ ਆ। ਇਹ ਸੱਚ ਆ, ਕਿਉਂਕਿ ਲੋਕ ਜਿਹੜੀਆਂ ਰੀਲਾਂ ਆਪਾਂ ਇੰਸਟਾਗ੍ਰਾਮ, ਫੇਸਬੁੱਕ, ਇਹਨਾਂ ਚੀਜ਼ਾਂ ਦੇ ਵਿੱਚ ਭੱਜੇ ਫਿਰਦੇ ਆ। ਆਪਾਂ ਨੂੰ ਲੱਗਦਾ ਕਿ ਜੇ ਆਹ ਫੁਲਕਾਰੀ ਮਸ਼ੀਨੀ ਮੇਡ ਕਿਸੇ ਨੇ ਬਣਾ ਕੇ ਫੋਟੋ ਮਾਡਲ ਨੇ ਸੋਹਣੀ ਪਾਈ ਹੈ ਤੇ ਇਹ ਫੁਲਕਾਰੀ ਹੈ। ਅਸੀਂ ਉਹਦੇ ਪਿੱਛੇ ਕਦੀ ਸੋਚਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਇਹਦੇ ਤੇ ਸਿਤਾਰੇ ਲੱਗੇ ਆ, ਇਹ ਪੰਜਾਬ ਦੀ ਫੁਲਕਾਰੀ ਕਿੱਦਾਂ ਹੋ ਸਕਦੀ ਹੈ। ਹੁਣ ਤੁਸੀਂ ਇੱਥੇ ਇੰਨੀਆਂ ਫੁਲਕਾਰੀਆਂ ਵੇਖਦੇ ਹੋ ਤੇ ਇਹਦੇ ਤੇ ਕਿਤੇ ਵੀ ਸਿਤਾਰਾ ਨਹੀਂ ਲੱਗਾ। ਇਹ ਰੰਗਾਂ ਦੀ ਚਮਕ ਆ। ਬਿਲਕੁਲ। ਇਹਨਾਂ ਦੇ ਵਿੱਚ ਰੰਗਾਂ ਦੀ ਚਮਕ ਹੈ, ਇਹਨਾਂ ਦੇ ਵਿੱਚ ਕੋਈ ਸ਼ੋਸ਼ੇਬਾਜ਼ੀ ਨਹੀਂ, ਕੋਈ ਕੁਛ ਨਹੀਂ। ਸੋ ਕਿਤੇ ਨਾ ਕਿਤੇ ਸਾਡੇ ਸੱਭਿਆਚਾਰ ਨੂੰ ਢਾਹ ਉਹ ਚੀਜ਼ਾਂ ਲਾ ਰਹੀਆਂ ਕਿ ਅਸੀਂ ਸ਼ੋਸ਼ੇਬਾਜ਼ੀ ਦੇ ਚੱਕਰ ਦੇ ਵਿੱਚ ਆਪਣਾ ਸੱਭਿਆਚਾਰ ਜਿਹੜਾ ਵਿਗਾੜਦੇ ਜਾ ਰਹੇ ਹਾਂ। ਸਿਰ ਤੇ ਚੁੰਨੀ ਹਰ ਕੁੜੀ ਨਹੀਂ ਲੈਂਦੀ, ਮੈਂ ਵੀ ਲੈਂਦੀ ਹਾਂ, ਮੈਨੂੰ ਸ਼ੌਂਕ ਆ। ਕਿਸੇ ਫੰਕਸ਼ਨ 'ਤੇ ਮੈਂ ਵੀ ਸਿਰ 'ਤੇ ਚੁੰਨੀ ਲੈਂਦੀ ਹਾਂ। ਪਰ ਜੇ ਆਪਾਂ ਕਹੀਏ ਕਿ ਹਰ ਕੁੜੀ ਸਿਰ 'ਤੇ ਚੁੰਨੀ ਲੈ ਕੇ, ਜਾਂ ਹਰ ਕੁੜੀ ਜਿਹੜੀ ਆ ਜੀਨ ਨਾਲ ਫੁਲਕਾਰੀ, ਇਹੋ ਜਿਹੀਆਂ ਚੀਜ਼ਾਂ ਨਹੀਂ ਚੱਲਦੀਆਂ। ਹੁਣ ਮੈਂ ਕਈਆਂ ਦੇ ਮਤਲਬ ਇੰਸਟਾਗ੍ਰਾਮ 'ਤੇ ਵੇਖੀਆਂ, ਉਹਨਾਂ ਨੇ ਜੀਨ ਨਾਲ ਵੀ ਫੁਲਕਾਰੀਆਂ ਲਈਆਂ ਹੋਈਆਂ। ਉਹ ਕਨਸੈਪਟ ਹੀ ਨਹੀਂ ਬਣਦਾ।
ਹਨਾ। ਸੋ ਇਹਦੀ ਇੱਕ ਮਤਲਬ ਸਾਦਗੀ ਆ ਆਪਣਾ ਸਾਦਗੀ ਆ ਇਹ ਸਾਡਾ ਸੱਭਿਆਚਾਰ ਇੱਕ ਸਾਦਗੀ ਦਾ ਰੂਪ ਆ। ਅਸੀਂ ਸੂਟ ਨਾਲ ਫੁਲਕਾਰੀ ਲੈਂਦੇ ਆ ਜਾਂ ਕਿਸੇ ਚੀਜ਼ ਨਾਲ ਲੈਂਦੇ ਆ ਤੇ ਉਹ ਸਾਨੂੰ ਪ੍ਰੈਜ਼ੈਂਟ ਕਰਦਾ ਕਿ ਸਾਡਾ ਸੱਭਿਆਚਾਰ ਹੈ। ਅਸੀਂ ਸੱਭਿਆਚਾਰ ਨੂੰ, ਫੁਲਕਾਰੀ ਨੂੰ ਅਸੀਂ ਨਿੱਕਰ ਦੇ ਨਾਲ ਲੈ ਲਈਏ ਜਾਂ ਕਿੱਦਾਂ ਲੈ ਲਈਏ, ਉਹ ਚੀਜ਼ ਸੋਹਣੀ ਨਹੀਂ ਲੱਗਦੀ। ਜਾਂ ਮੈਂ ਬਾਗ ਆ, ਇਹਨਾਂ ਨੂੰ ਮੈਂ ਕੱਟ ਕੇ ਐਜ਼ ਅ ਜੀਨ ਬਣਾ ਲਾਂ ਤੇ ਉਹ ਕਿਤੇ ਨਹੀਂ ਸੋਹਣੀ ਲੱਗੂਗੀ। ਬਾਗ ਨੂੰ ਬਾਗ ਹੀ ਸੋਹਣਾ ਲੱਗੂਗਾ। ਸੋ ਇਹ ਸ਼ੋਸ਼ੇਬਾਜ਼ੀ ਦੇ ਚੱਕਰ 'ਚ ਅਸੀਂ ਆਪਣਾ ਸੱਭਿਆਚਾਰ ਖਰਾਬ ਕਰਦੇ। ਸੋ ਕਿਤੇ ਨਾ ਕਿਤੇ ਜਿਹੜੇ ਹੱਥਾਂ ਦੇ ਮਿਹਨਤ ਕਰਨ ਵਾਲੇ ਕਾਰੀਗਰ ਆ, ਉਹਨਾਂ ਦੀ ਜਿਹੜੀ ਰੋਜੀ ਰੋਟੀ ਆ ਉਹ ਬਹੁਤ ਢਾਹ ਲੱਗਦਾ ਪਿਆ। ਉਹ ਪੰਜਾਬ ਦੇ ਵਿੱਚ ਉਹ ਕਲਾਕਾਰੀ ਉਹ ਜਿਹੜੇ ਹੱਥੀ ਕਾਰੀਗਰ ਹੈ ਨਾ, ਉਹ ਖਤਮ ਹੁੰਦੇ, ਉਹ ਇਸ ਚੱਕਰ 'ਚ ਹੀ ਖਤਮ ਹੁੰਦੇ ਜਾਂਦੇ ਕਿ ਇਹਨਾਂ ਦੀ ਵਿਕਰੀ ਨਹੀਂ ਹੈਗੀ। ਜੇ ਵਿਕਰੀ ਹੈਗੀ ਹੈ ਤੇ ਫਿਰ ਲੋਕ ਮਾਪ ਤੋਲ ਪੰਜਾਬ ਦੇ ਵਿੱਚ ਇੰਨੇ ਲੈਵਲ ਦਾ ਘੱਟ ਕਰਦੇ ਆ ਕਿ ਜੇ 10,000 ਦੀ ਚੀਜ਼ ਆ ਤੁਸੀਂ 3,000 ਦੀ ਦੇ ਦਿਓ। ਕਾਰੀਗਰ ਦੀ ਮਿਹਨਤ ਆ, ਤੁਸੀਂ 3-4 ਮਹੀਨੇ ਇਹਦੇ ਤੇ ਮਿਹਨਤ ਕਰੋਗੇ। ਜੇ ਮੈਂ ਪਰ ਡੇ ਲੇਬਰ ਵੀ 6 ਘੰਟੇ ਲਾਵਾਂ ਤੇ ਲੇਬਰ ਦਾ ਮੁੱਲ ਵੀ ਨਹੀਂ ਆਏ। ਬਿਲਕੁਲ ਲੇਬਰ ਦਾ ਮੁੱਲ ਵੀ ਨਹੀਂ ਆ। ਜੇ ਸੂਈ ਦਾ ਕੰਮ ਜ਼ਿਆਦਾ ਔਖਾ ਹੈ ਆਪਾਂ ਕਿਸੇ ਹੋਰ ਕੰਮ ਨਾਲੋਂ, ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਸੂਈ ਇੱਕ ਤੰਦ ਪਰਾਉਣਾ ਤੇ ਸੋ ਇਹ ਕੰਮ ਜ਼ਿਆਦਾ ਔਖਾ ਹੈ। ਤੇ ਕੰਮ ਚਲੋ ਕੋਈ ਵੀ ਨਹੀਂ ਸੌਖਾ, ਪਰ ਇਹ ਹੈ ਕਿ ਇਹ ਚੀਜ਼ਾਂ ਜ਼ਿਆਦੀਆਂ ਔਖੀਆਂ ਜਿਹੜੀਆਂ ਸੂਈ ਨਾਲ ਕਰਨੀਆਂ ਤੇ ਉਹ ਕਿਤੇ ਨਾ ਕਿਤੇ ਢਾਹ ਲਾਈ ਜਾਂਦਾ ਹੈ ਬਿਲਕੁਲ ਕਾਰੀਗਰ। ਅੱਛਾ, ਜਿਵੇਂ ਆਤਮ ਨਿਰਭਰ ਤਾਂ ਤੁਸੀਂ ਹੋ ਹੀ ਰਹੇ ਆ ਹਨਾ, ਇੱਕ ਬਿਜ਼ਨਸ ਦੇ ਵਾਲੇ ਪਾਸੇ ਤੁਸੀਂ ਲੈ ਕੇ ਆਏ ਆ ਵੀ ਹਾਂ ਹੱਥਾਂ ਦੀ ਜਿਹੜੀ ਫੁਲਕਾਰੀ ਆ, ਜੋ ਪੰਜਾਬ ਦਾ ਅਸਲੀ ਕਲਚਰ ਆ, ਇਹ ਜਿਹੜਾ ਹੈਗਾ ਜੇ ਕੋਈ ਫੁਲਕਾਰੀ ਲੈਣ ਦੀ ਚਾਹਵਾਨ ਹੈ ਤੇ ਉਹਦੇ ਕੋਲ ਅਸਲ ਫੁਲਕਾਰੀ ਹੋਣੀ ਚਾਹੀਦੀ ਹੈ। ਪਰ ਇਹ ਇੱਕ ਸੱਭਿਆਚਾਰ ਵਾਲੇ ਪਾਸੇ ਵੱਲ ਨੂੰ ਵੀ ਇੱਕ ਵਧੀਆ ਕਦਮ ਹੈਗਾ। ਸੋ ਕਦੀ ਕੋਈ ਪੰਜਾਬ ਦੀ ਸੱਭਿਆਚਾਰਕ ਸੰਸਥਾ ਜਾਂ ਕਦੀ ਕਿਸੇ ਨੇ ਅੱਗੇ ਹੋ ਕੇ ਬਾਂਹ ਫੜਨ ਦੀ ਕੋਸ਼ਿਸ਼ ਕੀਤੀ ਹੋਵੇ ਕਿ ਆਪਾਂ ਚਲੋ ਇਹਨਾਂ ਚੀਜ਼ਾਂ ਬਾਰੇ ਲੋਕ ਜਾਣਦੇ ਨਹੀਂ, ਅਸੀਂ ਉਹਨਾਂ ਨੂੰ ਜਾਗਰੂਕ ਕਰਦੇ ਹਾਂ? ਨਹੀਂ, ਸਾਡੇ ਕੋਲ ਅਸੀਂ ਪਹਿਲੀ ਗੱਲ ਸਾਨੂੰ 1-2 NGOs ਨੇ ਅਪਰੋਚ ਕੀਤੀ, ਪਰ ਸਾਡਾ ਵਪਾਰ ਹੈ, ਇਹ ਸੱਚ ਹੈ। ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਅਸੀਂ ਕੋਈ ਸੰਸਥਾ ਨਹੀਂ ਚਲਾਉਂਦੇ, ਅਸੀਂ ਕੋਈ ਸੋਸ਼ਲ ਵਰਕ ਨਹੀਂ। ਹਾਂ, ਸੋਸ਼ਲ ਵਰਕ ਸਾਡਾ ਇੰਨਾ ਹੈ ਕਿ ਅਸੀਂ ਪੰਜਾਬ ਦੇ ਸੱਭਿਆਚਾਰ ਨੂੰ ਕੰਟਰੀਬਿਊਟ ਕਰਦੇ ਪਏ ਹਾਂ, ਬਸ ਇੰਨਾ ਕੁ ਸਾਡਾ ਸੋਸ਼ਲ ਵਰਕ ਹੈ। ਬਾਕੀ ਇਹ ਕਿ ਸਾਡੇ ਕੋਲ ਸੰਸਥਾਵਾਂ ਆਉਂਦੀਆਂ ਕਿ ਤੁਸੀਂ ਇਹਦੇ ਨਾਲ ਕੰਮ ਕਰ ਲਓ ਤੇ ਅਸੀਂ ਸੋਸ਼ਲ ਵਰਕ ਰਿਪਰੈਜ਼ੈਂਟ ਕਰਦੇ ਨੇ, ਪਰ ਸਾਡਾ ਅਸੀਂ ਖੁੱਲ੍ਹੇਆਮ ਕਹਿੰਦੇ ਹਾਂ ਕਿ ਅਸੀਂ ਬਿਜ਼ਨਸ ਕਰਦੇ ਹਾਂ, ਬਿੱਲਾਂ ਤੇ ਕੰਮ ਕਰਦੇ ਹਾਂ। ਸਾਡੇ ਕੋਲ ਪੂਰੇ ਐਕਸਪੋਰਟ ਨੰਬਰ, GST ਸਾਰਾ ਕੁਝ ਹੈਗਾ, ਅਸੀਂ ਉਹਨਾਂ ਦੇ ਆਧਾਰ ਤੇ ਕੰਮ ਕਰਦੇ ਹਾਂ। ਬਾਕੀ ਹਾਂ, ਪੰਜਾਬ ਦੇ ਵਿੱਚ ਕੋਈ ਵੀ ਇਹੋ ਜਿਹੀ ਸੰਸਥਾ ਨੇ ਸਾਨੂੰ ਨਹੀਂ ਅਪਰੋਚ ਕੀਤੀ, ਪਰ ਹਾਂ ਜਿਹੜੇ TV ਐਕਟਰਸ ਜਾਂ ਕਿੰਨੇ ਵੀ ਕਲਾਕਾਰ ਆ, ਉਹ ਸਾਡੇ ਆਪਣੇ ਪੇਜਾਂ ਨਾਲ ਹੀ ਜ਼ਰੂਰ ਪ੍ਰਮੋਟ ਕਰਦੇ ਆ। ਜਿਸ ਤਰ੍ਹਾਂ ਨਿਮਰਤ ਖਹਿਰਾ ਮੈਮ, ਨੀਸ਼ਾ ਬਾਨੋ ਮੈਮ, ਗੁਰਪ੍ਰੀਤ ਘੁੱਗੀ, ਇਹਨਾਂ ਸਾਰਿਆਂ ਨੇ ਸਾਨੂੰ ਪੇਜਾਂ ਨਾਲ ਹੀ ਬਹੁਤ ਪ੍ਰਮੋਟ ਕੀਤਾ। ਸਿੱਧੂ ਮੂਸੇਵਾਲਾ ਵੀਰ ਨੇ ਵੀ ਸਾਡੀ ਪ੍ਰਮੋਟ ਕੀਤੀ ਸੀਗੀ। ਅਸੀਂ ਉਹ ਭੁੱਲ ਨਹੀਂ ਸਕਦੇ ਕਿ ਉਸ ਵੀਰ ਨੇ ਸਾਡੀ ਇੱਕ ਚਿੱਠੀ ਤੇ ਹੀ ਸਾਨੂੰ ਇੰਨਾ ਪ੍ਰਮੋਟ ਕਰਤਾ ਸੀ। ਅੱਛਾ, ਤੁਸੀਂ ਉਹਨਾਂ ਨੂੰ ਚਿੱਠੀ ਲਿਖੀ ਸੀ? ਹਾਂ, ਅਸੀਂ ਚਿੱਠੀ ਲਿਖੀ ਸੀ, ਉਹਨਾਂ ਨੇ ਰੱਖੜੀ ਭੇਜੀ ਸੀ, ਲੋਈ ਭੇਜੀ ਸੀ, ਉਹਨਾਂ ਨੇ ਉਹੀ ਚੀਜ਼ ਪਾ ਕੇ ਆਪਣੇ ਪੇਜ ਤੇ ਉਹਨਾਂ ਨੇ ਸਾਨੂੰ ਪ੍ਰਮੋਟ ਕੀਤਾ ਸੀ। ਸੋ ਜਿਹੜਾ ਬੰਦਾ ਚੰਗਾ, ਉਹਦੀ ਚੰਗਿਆਈ ਕਿਤੇ ਨਹੀਂ ਭੁੱਲ ਸਕਦੇ। ਉਸ ਟਾਈਮ ਤੇ ਉਹਨਾਂ ਲੋਕਾਂ ਨੇ ਪ੍ਰਮੋਟ ਕੀਤਾ ਜਦੋਂ ਸਾਨੂੰ ਕੋਈ ਨਹੀਂ ਸੀ ਜਾਣਦਾ। ਬਿਲਕੁਲ। ਅੱਜ ਜਿਵੇਂ ਸਾਡੇ ਸੱਭਿਆਚਾਰ ਮਿਨਿਸਟਰ ਰਹਿੰਦੇ ਆ ਜਾਂ ਸਾਡੇ ਵਿਭਾਗ ਨੇ, ਕਦੀ ਉਹਨਾਂ ਤੱਕ ਤੁਸੀਂ ਕੋਸ਼ਿਸ਼ ਕੀਤੀ ਹੋਵੇ ਕਿ ਫੁਲਕਾਰੀਆਂ ਦੀ ਕੋਈ ਐਗਜ਼ੀਬਿਸ਼ਨ ਜਾਂ ਕਦੀ ਇਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਕੋਈ ਐਗਜ਼ੀਬਿਸ਼ਨਸ ਦੇ ਲਈ ਲੈ ਕੇ ਜਾਇਆ ਜਾਏ? ਕਿਉਂਕਿ ਬਹੁਤ ਸਾਰੀਆਂ ਪਿੰਡਾਂ ਦੀਆਂ ਔਰਤਾਂ ਦੀ ਜਿਹੜਾ ਰੁਜ਼ਗਾਰ ਆ ਉਹ ਵੀ ਹੁਣ ਤੁਹਾਡੇ ਨਾਲ ਜੁੜਿਆ ਹੋਇਆ ਹੈ। ਬਹੁਤ ਵਾਰੀ ਕੀਤੀ ਆ, ਪਰ ਉਹ ਸਾਨੂੰ ਇਹ ਕਹਿ ਕੇ ਟਾਲ ਦਿੰਦੇ। ਮੈਂ ਅੱਜ ਤੋਂ 4-5 ਸਾਲ ਪਹਿਲਾਂ ਇੱਕ ਕਲਚਰਲ ਮਿਨਿਸਟਰ ਸੀਗੇ, ਉਹਨਾਂ ਨੂੰ ਅਪਰੋਚ ਕੀਤੀ ਤੇ ਉਹਨਾਂ ਦੇ IAS ਆਫਿਸਰ ਨੇ ਮੈਨੂੰ ਇਹ ਕਹਿ ਕੇ ਟਾਲਤਾ ਕਿ ਤੂੰ 23-24 ਸਾਲ ਦੀ ਕੁੜੀ ਆ, ਕਿਹੜੇ ਕੰਮਾਂ 'ਚ ਪਈ ਆ, ਤੂੰ ਬਾਹਰ ਜਾ, ਆਪਣਾ ਵਿਆਹ ਕਰਾ ਤੇ ਇਹ ਕੰਮ, ਤੂੰ ਚੰਗੀ ਭਲੀ ਪੜ੍ਹੀ ਲਿਖੀ ਆ, ਤੂੰ ਹੋਰ ਵੀ ਕੰਮ ਬਹੁਤ ਸਾਰੇ ਕਰ ਸਕਦੀ ਆ। ਪਰ ਉਸ ਟਾਈਮ ਤੇ ਨਾ ਉਹ ਗੱਲ ਸੁਣ ਕੇ ਸੱਚੀ ਦੱਸਾਂ ਮੈਨੂੰ ਲੱਗਾ ਕਿ ਨਹੀਂ, ਹੁਣ ਤੇ ਕਰਨੀ ਆ, ਹੁਣ ਤੇ ਜਵਾਬ ਮਿਲਿਆ, ਹੁਣ ਤੇ ਕਰਨੀ ਆ। ਅੱਜ ਉਹੀ ਲੋਕ ਆ ਜਿਹੜੇ ਆਪਣੇ ਮੂੰਹ ਤਾਰੀਫਾਂ ਕਰਦੇ ਕਿ ਮਨਪ੍ਰੀਤ ਅਸੀਂ ਇੱਥੇ ਗਏ ਸੀ, ਉਹਨਾਂ ਨੇ ਤੇਰੀ ਫੁਲਕਾਰੀ ਬਾਰੇ ਦੱਸਿਆ। ਸੋ ਫਰਕ ਪੈ ਜਾਂਦਾ ਸਮਾਂ। ਅਸੀਂ ਜਦੋਂ ਸ਼ੁਰੂਆਤੀ ਦੌਰ ਤੇ ਹੁੰਦੇ ਆ, ਉਦੋਂ ਬਹੁਤ ਲੋਕ ਸਾਡੇ ਤੇ ਯਕੀਨ ਵੀ ਨਹੀਂ ਕਰਦੇ, ਇਹ ਸੱਚ ਵੀ ਆ। ਪਰ ਇਹ ਹੈ ਕਿ ਅਸੀਂ ਪੋਲੀਟੀਕਲ ਲੀਡਰਸ ਜਾਂ ਇਹਨਾਂ ਨਾਲ ਜ਼ਿਆਦਾ ਕਦੀ ਮਤਲਬ ਇਨਵੋਲਵ ਵੀ ਨਹੀਂ ਹੋਏ, ਸੱਚੀ ਜਿਹੜੀ ਗੱਲ ਆ। ਅਸੀਂ ਇਹਨਾਂ ਤੋਂ ਦੂਰ ਹੀ ਚੱਲੇ ਆ। ਪਰ ਅਸੀਂ ਹਮੇਸ਼ਾ, ਪਰ ਜੇ ਕਿਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਕੋਈ ਪੋਲੀਟੀਕਲ ਲੀਡਰਸ ਹੁੰਦਾ ਹੈ ਤੇ ਅਸੀਂ ਜ਼ਰੂਰ ਕਵਾਂਗੇ ਕਿ ਤੁਸੀਂ ਅਸੀਂ ਇੰਟਰਨੈਸ਼ਨਲ ਐਗਜ਼ੀਬਿਸ਼ਨਸ ਕਰਨਾ ਚਾਹੁੰਦੇ ਹਾਂ, ਅਗਰ ਤੁਸੀਂ ਸਾਡੀ ਖੁੱਲ੍ਹੇਆਮ ਮਦਦ ਕਰਦੇ ਹੋ ਤੇ ਅਸੀਂ ਖੁੱਲ੍ਹੇਆਮ ਇਹਨੂੰ ਵੇਚਣ ਲਈ ਤਿਆਰ ਹਾਂ। ਬਿਲਕੁਲ। ਸੋ
ਤੁਹਾਨੂੰ ਇੱਕ ਮਿਨਿਸਟਰ ਨੇ ਕਿਹਾ ਕਿ ਕਿਹੜੇ ਕੰਮਾਂ 'ਚ ਪਈ ਹੈ ਬਾਹਰ ਜਾ ਹਨਾ ਤੇ ਵਿਆਹ ਕਰਵਾ, ਪਰ ਤੁਸੀਂ ਪੂਰਾ ਪਰਿਵਾਰ ਜਿਹੜਾ ਹੈਗਾ ਇਸ ਬਿਜ਼ਨਸ ਵੱਲ ਲੈ ਆਂਦਾ ਸੀ। ਦੇਖਿਆ ਦੋਨੋਂ ਬ੍ਰਦਰਸ ਵੀ ਤੁਹਾਡਾ ਸਾਥ ਦੇ ਰਿਹਾ, ਮੰਮਾ ਤਾਂ ਪਹਿਲਾਂ ਉਹਨਾਂ ਨੂੰ ਆਂਦੀ ਸੀ, ਦਾਦੀ ਜੀ ਨੇ ਤੁਹਾਡੇ ਆਂਦੀ ਸੀ, ਉਸ ਤੋਂ ਤੁਸੀਂ ਫੁਲਕਾਰੀ ਸਿੱਖੀ, ਪਿੰਡਾਂ ਦੀਆਂ ਔਰਤਾਂ ਤੋਂ ਆਈਡੀਆਜ਼ ਲਏ। ਸੋ ਮਤਲਬ ਲਗਾਤਾਰ ਤੁਸੀਂ ਅੱਗੇ ਵਧ ਰਹੇ ਆ। ਕੀ ਸੋਚ ਕੇ ਪੂਰੇ ਪਰਿਵਾਰ ਨੂੰ ਇੱਧਰ ਲੈ ਕੇ ਆਂਦਾ ਹਨਾ? ਭਰਾ ਕਿਵੇਂ ਸਪੋਰਟ ਕਰ ਰਹੇ ਹੈਗੇ ਆ? ਮੇਰੇ ਬ੍ਰਦਰ, ਅਸੀਂ ਸਾਰੇ ਚਾਰੇ ਭੈਣ ਭਰਾ ਪੜ੍ਹੇ ਲਿਖੇ ਆ। ਮੈਂ MBA ਆ, ਮੇਰੀ ਛੋਟੀ ਸਿਸਟਰ ਨੇ ਵੀ ਗ੍ਰੈਜੂਏਸ਼ਨ ਕੀਤੀ ਹੋਈ ਆ, ਵੱਡਾ ਬ੍ਰਦਰ ਮੇਰਾ ਦਿੱਲੀ ਯੂਨੀਵਰਸਿਟੀ ਤੋਂ ਪਾਸ ਆਊਟ ਆ, ਛੋਟਾ ਗ੍ਰੈਜੂਏਸ਼ਨ ਕਰਦਾ ਪਿਆ। ਸੋ ਸਾਰੇ ਪੜ੍ਹੇ ਲਿਖੇ ਆ। ਜਿਹੜੇ ਭੈਣ ਭਰਾ ਹੈ, ਮੇਰੀ ਛੋਟੀ ਜਿਹੜੀ ਸਿਸਟਰ ਉਹਨੇ ਡਿਜ਼ਾਈਨਿੰਗ ਸਿੱਖੀ ਆ, ਉਹ ਸਾਡਾ ਡਿਜ਼ਾਈਨਿੰਗ ਦਾ ਕੰਮ ਬਹੁਤ ਵਧੀਆ ਕਰਦੀ ਆ। ਵੱਡਾ ਬ੍ਰਦਰ ਉਹਨੇ BCom ਕੀਤੀ ਹੋਈ ਆ, ਉਹ ਸਾਡਾ ਟੈਕਸੇਸ਼ਨ ਦਾ ਕੰਮ ਵੇਖਦਾ। ਛੋਟਾ ਸਾਡਾ ਕੁਰੀਅਰ ਦਾ ਕੰਮ ਵੇਖਦਾ। ਇਹ ਹਿੱਸੇ ਜ਼ਿੰਮੇਵਾਰੀਆਂ ਵੱਡੀਆਂ ਆ, ਤਾਂ ਕਰਕੇ ਕਿ ਸਾਡੇ ਜਿਹੜੇ ਆ ਸਾਡਾ ਏਰੀਆ ਬਹੁਤ ਨਸ਼ੇ ਨਾਲ ਜਿਹੜਾ ਅੱਜ ਵੀ ਸਾਡਾ ਮੰਨਿਆ ਜਾਂਦਾ ਕਿ ਇੱਥੇ ਨਸ਼ਾ ਬਹੁਤ ਜ਼ਿਆਦਾ, ਪਰ ਅਸੀਂ ਇਹਨਾਂ ਨੂੰ ਬਿਜ਼ੀ ਰੱਖਿਆ ਕਿ ਇਹਨਾਂ ਨੂੰ ਕਦੀ ਇਹ ਨਾ ਮਹਿਸੂਸ ਹੋਵੇ ਕਿ ਛੋਟੀ ਉਮਰੇ ਕੰਮ ਨਹੀਂ ਹੁੰਦੇ। ਇਹ ਸਾਡਾ ਨਿੱਕਾ 18-19 ਸਾਲ ਦਾ ਸੀਗਾ ਜਦੋਂ ਦਾ, ਅੱਜ 22-23 ਸਾਲ ਦਾ, ਤੇ ਅੱਜ ਹੁਣ ਤੱਕ ਮੇਰੇ ਨਾਲ 16-17 ਸਾਲ ਦਾ ਸੀਗਾ ਜਦੋਂ ਮੇਰੇ ਨਾਲ ਇਵੈਂਟਸ ਤੇ ਵੀ ਚਲੇ ਜਾਂਦਾ ਹੁੰਦਾ ਸੀਗਾ। ਇਹ ਉਹ ਮੁੰਡਾ ਹੈ ਜਿਹਨੇ ਮੇਰੇ ਨਾਲ ਹਰ ਇਵੈਂਟ ਤੇ ਵੀ ਗਿਆ ਤੇ ਹਰ ਇਵੈਂਟ ਤੋਂ ਕੁਝ ਸਿੱਖ ਕੇ ਮੈਨੂੰ ਦੱਸਦਾ ਹੁੰਦਾ ਸੀਗਾ, ਆਹ ਚੀਜ਼ ਇੱਦਾਂ ਹੋ ਸਕਦੀ ਆ, ਆਹ ਚੀਜ਼ ਇੱਦਾਂ ਹੋ ਸਕਦੀ ਆ। ਖੁਦ ਮੈਨੂੰ ਆਈਡੀਆਜ਼ ਦਿੰਦੇ ਆ, ਮੈਂ ਖੁਦ ਆਪ ਭਾਵੇਂ ਇੰਨੇ ਆਈਡੀਆਜ਼ ਨਾ ਲਾਵਾਂ, ਇਹ ਮੈਨੂੰ ਖੁਦ ਆਈਡੀਆਜ਼ ਦਿੰਦੇ ਆ, ਆਹ ਚੀਜ਼ ਇੱਦਾਂ ਵੀ ਹੋ ਸਕਦੀ ਆ, ਦੇਖਾ ਫੁਲਕਾਰੀ ਦੀ ਇੱਦਾਂ ਵੀ ਫੋਟੋ ਖਿੱਚੀ ਜਾ ਸਕਦੀ ਆ। ਸੋ ਇਹ ਖੁਦ ਬ ਖੁਦ ਇਹਦੇ ਵਿੱਚ ਇਨਵੋਲਵ ਹੁੰਦੇ ਗਏ ਕਿਉਂਕਿ ਇਹ ਚਾਹੁੰਦੇ ਆ ਕਿ ਇਸ ਚੀਜ਼ ਨੂੰ ਪ੍ਰਮੋਟ ਹੋਵੇ। ਇਹ ਇਕੱਲੀ ਮੇਰੀ ਮਿਹਨਤ ਨਹੀਂ, ਪੂਰੀ ਪਿੱਛੇ ਟੀਮ ਦੀ ਮਿਹਨਤ ਆ, ਮੇਰੇ ਪਰਿਵਾਰ ਦੀ ਮਿਹਨਤ ਆ, ਜਿਨ੍ਹਾਂ ਨੇ ਬੜੇ ਸਬਰ ਨਾਲ ਇੱਕ ਕੁੜੀ ਤੇ ਵਿਸ਼ਵਾਸ ਕੀਤਾ। ਨਹੀਂ ਤੇ ਬਹੁਤ ਸਾਰੇ ਲੋਕ 23-24 ਸਾਲ ਦੀ ਕੁੜੀ ਨੂੰ ਵਿਆਹ ਦਿੰਦੇ ਆ। ਅੱਜ ਮੈਂ 30 ਸਾਲ ਦੀ ਹੋ ਗਈ ਆ ਤੇ ਮੈਨੂੰ ਕਦੀ ਘਰਦਿਆਂ ਨੇ ਪ੍ਰੈਸ਼ਰਾਈਜ਼ ਨਹੀਂ ਕੀਤਾ ਕਿ ਤੂੰ ਵਿਆਹ ਕਰਾ ਲਾ, ਤੂੰ ਆਹ ਕਰ ਲਾ। ਉਹ ਕਹਿੰਦੇ ਕਿ ਜਿੱਥੇ ਤੈਨੂੰ ਪਸੰਦ ਆ ਅਸੀਂ ਉੱਥੇ ਵੀ ਕਰ ਦਾਂਗੇ, ਸਾਨੂੰ ਕੋਈ ਨਾ ਨਹੀਂ। ਤੇ ਪਰ ਅੱਜ ਦੀ ਡੇਟ 'ਚ ਮੈਨੂੰ ਸੋਚਣਾ ਪੈਂਦਾ ਹੈ ਕਿ ਮੇਰੀ ਪੂਰੀ ਟੀਮ ਆ ਪਿੱਛੇ, ਕਿ ਮੈਂ ਜੇ ਇੱਕ ਸਟੈਪ ਵੀ ਗਲਤ ਚੁੱਕਦੀ ਆ ਤੇ ਪਿੱਛੇ ਮੇਰੇ ਸਾਡੇ ਘਰੇ ਕੁਝ ਵੀ ਹੋ ਜੇ, ਅਸੀਂ ਆਪਣੀ ਟੀਮ ਦਾ ਨੁਕਸਾਨ ਨਹੀਂ ਕਰ ਸਕਦੇ। ਬਿਲਕੁਲ। ਕਿਉਂਕਿ ਉਹਨਾਂ ਦੀਆਂ ਆਸਾਂ ਉਮੀਦਾਂ ਸਾਡੇ ਨਾਲ ਜੁੜੀਆਂ। ਇੱਕ ਇਕੱਲੇ ਇਹ ਨਹੀਂ ਮੈਂ ਕਹਿ ਸਕਦੀ ਕੰਮ ਕਰਨ ਵਾਲੇ ਸਾਡੇ ਨਾਲ, ਅਸੀਂ ਜਿਨ੍ਹਾਂ ਤੋਂ ਖੱਦਰ ਲਿਆਉਂਦੇ ਆ ਨਾ, ਉਹ ਖੱਦਰ ਬਣਾਉਣਾ ਹੀ ਉਹਨਾਂ ਨੇ 6 ਸਾਲ ਹੋ ਗਏ ਬੰਦ ਕਰਤਾ, ਤੇ ਉਹਨਾਂ ਨੇ ਦੁਬਾਰਾ ਤੋਂ ਖੱਦਰ ਬਣਾਉਣਾ ਸ਼ੁਰੂ ਕੀਤਾ ਸਾਡੇ ਕਰਕੇ। ਅੱਛਾ। ਅਸੀਂ ਉਹਨਾਂ ਨੂੰ ਮਤਲਬ ਪੂਰੀ ਪੇਮੈਂਟ ਦੇ ਦਿੰਦੇ ਆ ਕਿ ਤੁਸੀਂ ਇਹ ਨਾ ਸੋਚੋ ਕਿ ਇਹ ਤੁਹਾਡੇ ਤੋਂ ਚੁੱਕਣਗੇ ਨਹੀਂ। ਅਸੀਂ ਜਿਸ ਤਰ੍ਹਾਂ 50 ਮੀਟਰ 100 ਮੀਟਰ ਅਸੀਂ ਪੂਰਾ ਉਹਨਾਂ ਕੋਲ ਪੇਮੈਂਟ ਕਰਕੇ ਖੱਦਰ ਲੈਂਦੇ ਆ। ਰੀਲਾਂ ਦਾ ਕੰਮ, ਜਿਹੜੀਆਂ ਪੱਟ ਦਾ ਕੰਮ, ਉਹ ਖਤਮ ਹੋ ਗਿਆ ਸੀ। ਪੱਟ ਦੀਆਂ ਰੀਲਾਂ ਨਾਲ ਕਢਾਈ ਅੱਜ ਕੱਲ੍ਹ ਕੋਈ ਨਹੀਂ ਕਰਦਾ। ਅਸੀਂ ਫਿਰ ਵੀ ਉਹ ਜਿਹੜੇ ਅੰਕਲ ਆ, ਉਹ ਬਹੁਤ ਬਜ਼ੁਰਗ ਆ, 60-65 ਸਾਲ ਦੇ, ਉਹਨਾਂ ਨੂੰ ਅਸੀਂ ਫੈਕਟਰੀ ਦੇ ਵਿੱਚ, ਉਹਨਾਂ ਨੂੰ ਘੱਟੋ ਘੱਟ ਸਾਡੇ ਕੋਲ 30-40 ਹਜ਼ਾਰ ਦਾ ਸਮਾਨ ਮਹੀਨੇ ਦਾ ਆ ਜਾਂਦਾ, ਤੇ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਨਹੀਂ ਤੁਸੀਂ ਅੰਕਲ ਸਾਨੂੰ ਬਣਾ ਕੇ ਦਿਓ। ਉਹ ਕਹਿ ਦਿੰਦੇ ਆ ਮੇਰੀ ਲੇਬਰ ਨਹੀਂ ਬਣਾਉਂਦੀ, ਪੁੱਤ ਪੱਟ ਦਾ ਕੰਮ ਨਹੀਂ ਕਰਦੀ, ਤੇ ਤੁਸੀਂ ਨਾ, ਪਰ ਅਸੀਂ ਫਿਰ ਵੀ ਉਹਨਾਂ ਕੋਲ ਜਿਹੜਾ ਸਮਾਨ ਲੈ ਲੈਂਦੇ ਆ। ਸੋ ਇਦਾਂ ਇੱਕ ਮੇਰੀ ਨਹੀਂ ਮਿਹਨਤ, ਇਹ ਪੂਰੀ ਟੀਮ ਦੀ ਆ। ਪਿੱਛੇ ਜਿਹੜੇ ਉਹਨਾਂ ਲੋਕਾਂ ਦੇ ਵੀ ਕੰਮ ਚੱਲਦੇ ਆ। ਇੱਕ ਮਨਪ੍ਰੀਤ ਕੌਰ ਪੱਟੀ ਸ਼ਾਇਦ ਫੁਲਕਾਰੀਆਂ ਵਾਲੀ ਕੁੜੀ ਤੁਹਾਨੂੰ ਦੇਖਦੀ ਹੋਊਗੀ, ਪਰ ਪਿੱਛੇ ਬਹੁਤ ਸਾਰੇ ਲੋਕ ਆ ਜਿਹੜੇ ਇਹਦੇ ਨਾਲ ਜੁੜੇ ਹੋਏ ਆ, ਜਿਹੜੇ ਦਿਨ ਬ ਦਿਨ ਮਿਹਨਤ ਕਰਦੇ ਆ ਤੇ ਉਹ ਮੇਰੇ ਨਾਲ ਗਰੋ ਹੁੰਦੇ ਆ। ਉਹ ਜੇ ਮੇਰੀ ਕੋਈ ਅਚੀਵਮੈਂਟ ਆ ਤੇ ਉਹ ਉਹਨਾਂ ਦੀ ਵੀ ਅਚੀਵਮੈਂਟ ਆ। ਜੇ ਕੋਈ ਮੈਨੂੰ ਆਨਰ ਕਰਦਾ ਤੇ ਉਹ ਮੇਰੇ ਖਿਆਲ ਨਾਲ ਉਹ ਉਹਨਾਂ ਦਾ ਵੀ ਆਨਰ ਬਣਦਾ ਹੈ, ਕਿਉਂਕਿ ਮੈਂ ਉਹਨਾਂ ਕਰਕੇ ਬਣਦੀ ਹਾਂ। ਬਿਲਕੁਲ ਬਿਲਕੁਲ। ਅੱਛਾ, ਤੁਸੀਂ ਦੱਸਿਆ ਸੀਗਾ ਕਿ ਆਰਥਿਕ ਦਿੱਕਤਾਂ ਸੀਗੀਆਂ ਹਨਾ, ਉਸ ਕਰਕੇ ਇਸ ਪਾਸੇ ਆਏ ਹਨਾ, ਪੰਜਾਬਣਾਂ ਦੇ ਸਿਰ ਦਾ ਕੱਜਣ ਆ। ਸੋ ਇੰਨੇ ਆਰਥਿਕ ਤੰਗੀਆਂ ਦੇ ਕੱਜੇ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਮਤਲਬ ਆਰਥਿਕ ਉਹਨਾਂ ਦੇ ਜਿਹੜੇ ਆ ਆਰਥਿਕ ਤੰਗੀਆਂ ਜਿਹੜੀਆਂ ਉਹਨਾਂ ਦੀਆਂ ਬਹੁਤ ਸਾਰੀਆਂ ਦੂਰ ਹੁੰਦੀਆਂ। ਹੁਣ ਜਿਹੜੀਆਂ ਮੈਂ ਤੁਹਾਨੂੰ ਇੱਕ ਦੱਸੀ ਆ ਸਟੋਰੀ ਕਿ ਜਿਹਦਾ ਹਸਬੈਂਡ ਛੱਡ ਕੇ ਚਲੇ ਗਿਆ, ਉਹਦੀਆਂ 2 ਕੁੜੀਆਂ ਬੜੇ ਮਾਣ ਨਾਲ ਕਹਿ ਦਿੰਦੀਆਂ ਕਿ ਤੈਨੂੰ ਆਉਣ ਦੀ ਲੋੜ ਨਹੀਂ, ਮੈਂ ਆਪਣਾ ਘਰ ਵਧੀਆ ਚਲਾਉਣੀ ਆ। ਜੇ 2-3 ਹਜ਼ਾਰ ਰੁਪਇਆ ਮਹੀਨਾ ਵੀ ਮੈਂ ਸੱਚ ਦੱਸਾਂ ਕਿਸੇ ਦੇ ਘਰ ਜਾਂਦਾ ਨਾ, ਉਹ ਔਰਤ ਆਪਣੇ ਆਪ ਨੂੰ ਆਤਮ ਨਿਰਭਰ ਸਮਝਦੀ ਹੈ, ਕਿਉਂਕਿ ਉਹ ਕਿਸੇ ਮੇਲੇ ਲਈ, ਕਿਸੇ ਆਪਣੇ ਚਾਹ ਲਈ ਜਾਂ ਆਪਣੇ ਪੇਕਿਆਂ ਨੂੰ ਕਿਸੇ 150 ਦੇਣ ਲਈ ਸਾਨੂੰ ਕਿਸੇ ਨੂੰ ਦੱਸਣਾ ਨਹੀਂ ਪੈਂਦਾ ਕਿ ਮੈਂ ਇੱਥੇ ਦੇ ਕੇ ਆਈ ਹਾਂ। ਕਿਉਂਕਿ ਆਪਾਂ ਜੇ ਇੱਕ ਗ੍ਰਸਤੀ ਜੀਵਨ ਵੇਖੀਏ ਤੇ ਉਹਦੇ ਵਿੱਚ ਬਹੁਤ ਸਾਰੇ ਕੰਮ ਆ। ਜਿੱਦਾਂ ਮੈਂ ਕਹਿ ਕੋਈ ਸਾਡੇ ਘਰ ਕਿਸੇ ਦਾ ਭਤੀਜਾ ਹੀ ਆ ਗਿਆ ਜਾਂ ਆਪਦਾ ਭਤੀਜਾ ਬਣੇਵਾ ਆ ਗਿਆ, ਉਹਨੂੰ 100 ਰੁਪਇਆ ਵੀ ਦੇਣਾ ਤੇ ਆਪਾਂ ਨੂੰ ਆਪਣੇ ਆਦਮੀ ਤੋਂ ਮੰਗਣਾ ਪੈਣਾ ਕਿਸੇ ਨੂੰ, ਤੇ ਉਹ ਆਪੇ ਆਪਣੇ ਕੰਮ ਜਾਂ ਪੂਰੇ ਕਰ ਲੈਂਦੀਆਂ, ਜਾਂ ਆਪਣੇ ਸੂਟ ਲਿਆਉਣੇ, ਮੋਬਾਈਲ ਰੀਚਾਰਜ, ਇਹੋ ਜਿਹੀਆਂ ਨਿੱਕੀਆਂ
ਤੁਸੀਂ ਮੰਨਣਾ ਅਸੀਂ ਜਦੋਂ ਸ਼ੁਰੂ ਕੀਤਾ ਸੀ ਕਈਆਂ ਕੋ ਸਿੰਪਲ ਫੋਨ ਸੀਗੇ, ਅੱਜ ਉਹਨਾਂ ਨੇ ਵਧੀਆ ਕੈਮਰੇ ਵਾਲੇ ਫੋਨ, ਏਸੀ ਲਵਾਇਆ, ਉਹਨਾਂ ਨੇ ਇਨਵੇਟਰਸ ਖਰੀਦੇ ਆ। ਸੋ ਆਪਣੇ ਸਿਰ ਬਸਿਰ, ਉਹ ਆਪਣੇ ਸਿਰ ਬਸਿਰ ਚੱਲਦੀਆਂ। ਸੋ ਮਤਲਬ ਹੱਥਾਂ ਦੀਆਂ ਉਹ ਸੁਚਾਰੀਆਂ ਸੀਗੀਆਂ। ਅਸੀਂ ਪਿੰਡਾਂ 'ਚ ਅਕਸਰ ਹੀ ਕਹਿੰਦੇ ਹੁੰਦੇ ਕਿ ਜਿਹੜੀ ਪੁਰਾਣੀ ਜਨਾਨੀਆਂ ਹੱਥਾਂ ਦੀ ਬੜੀ ਸੁਚਾਰੀ ਹੈ, ਤੇ ਉਹਨੇ ਜਿਹੜਾ ਆਪਣਾ ਘਰ ਪਰਿਵਾਰ ਆ ਉਹਨੇ ਬਹੁਤ ਵਧੀਆ ਚਲਾ ਲਿਆ। ਫਿਊਚਰ ਪਲਾਨਸ ਕੀ ਨੇ ਮਨਪ੍ਰੀਤ ਅੱਗੇ ਕੀ ਚਾਹੁੰਦੀ ਹੈ ਫਿਊਚਰ? ਸਾਡੇ ਫਿਊਚਰ ਪਲਾਨ ਸਿਰਫ ਇਹੀ ਹੈ ਕਿ ਅਸੀਂ ਸਾਡੇ ਫਿਊਚਰ ਪਲਾਨ ਇਹੀ ਹੈ ਕਿ ਅਸੀਂ ਹੁਣ ਇੰਟਰਨੈਸ਼ਨਲ ਐਗਜ਼ੀਬਿਸ਼ਨਸ ਕਰੀਏ, ਕਿਉਂਕਿ ਪੰਜਾਬ ਦੇ ਵਿੱਚ ਅਸੀਂ ਚੰਡੀਗੜ੍ਹ, ਦਿੱਲੀ, ਲੁਧਿਆਣਾ ਅਸੀਂ ਐਗਜ਼ੀਬਿਸ਼ਨਸ ਕੀਤੀਆਂ, ਸਾਨੂੰ ਬਹੁਤ ਚੰਗਾ ਰਿਸਪੌਂਸ ਮਿਲਿਆ। ਸਾਡੀ ਨੈਕਸਟ ਇਹੋ ਹੀ ਹੈ ਕਿ ਅਸੀਂ ਇੰਟਰਨੈਸ਼ਨਲ ਐਗਜ਼ੀਬਿਸ਼ਨ ਕਰੀਏ, ਕਿਉਂਕਿ ਵਿਦੇਸ਼ੀ ਸਾਡੇ ਜਿਹੜੇ ਭੈਣ ਭਰਾ ਉਹ ਹਮੇਸ਼ਾ ਸਾਨੂੰ ਭਰਵਾਂ ਹੁੰਗਾਰਾ ਦਿੰਦੇ ਆ, ਤੇ ਅਸੀਂ ਉਹਨਾਂ ਲਈ ਉੱਥੇ ਡਿਸਪਲੇ ਕਰਕੇ ਚੀਜ਼ਾਂ ਉਹਨਾਂ ਨੂੰ ਵਿਖਾਇਆ ਜਾਣ ਤੇ ਉਹਨਾਂ ਨੂੰ ਉੱਥੇ ਉਹ ਖਰੀਦ ਸਕਣ। ਕਿਉਂਕਿ ਬਹੁਤ ਸਾਰੇ ਆਨਲਾਈਨ ਜੇ ਅਸੀਂ ਕੰਮ ਕਰਦੇ ਹਾਂ, ਪਰ ਬਹੁਤ ਸਾਰੇ ਲੋਕਾਂ ਨੇ ਆਪਣਾ ਆਨਲਾਈਨ ਦੇ ਵਿੱਚ ਜਿਸ ਤਰ੍ਹਾਂ ਕਹਿ ਲਓ ਕਈਆਂ ਦਾ ਵਿਸ਼ਵਾਸ ਵੀ ਤੋੜਿਆ ਹੁੰਦਾ, ਕਈ ਕੰਪਨੀਆਂ ਜਿਹੜੀਆਂ ਉਹਨਾਂ ਨੂੰ ਚੀਜ਼ ਨਹੀਂ ਸਹੀ ਪਹੁੰਚਾਉਂਦੀਆਂ ਤੇ ਉਹਨਾਂ ਦਾ ਵਿਸ਼ਵਾਸ ਵੀ ਨਹੀਂ ਹੁੰਦਾ। ਪਰ ਜੇ ਅਸੀਂ ਕਿਸੇ ਨੂੰ ਚੀਜ਼ ਡਿਸਪਲੇ ਕਰਕੇ ਵਿਖਾਵਾਂਗੇ ਤੇ ਉਹਨਾਂ ਦਾ ਵਿਸ਼ਵਾਸ ਵੀ ਸਾਡੇ ਤੇ ਬਣੂਗਾ। ਸੋ ਅਸੀਂ ਚਾਹੁੰਦੇ ਹਾਂ ਕਿ ਇੰਟਰਨੈਸ਼ਨਲ ਐਗਜ਼ੀਬਿਸ਼ਨਸ ਕੀਤੀਆਂ ਜਾਣ। ਇਹ ਸਾਡੇ ਫਿਊਚਰ ਪਲਾਨ ਹੈ, ਭਾਵੇਂ ਅਸੀਂ ਸਾਲ ਨੂੰ ਕਰ ਲਈਏ, ਭਾਵੇਂ ਅਸੀਂ 6 ਸਾਲਾਂ ਨੂੰ ਕਰ ਲਈਏ, ਪਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹੁਣ ਇੰਟਰਨੈਸ਼ਨਲ ਐਗਜ਼ੀਬਿਸ਼ਨ ਕਰੀਏ, ਕਿਉਂਕਿ ਅਸੀਂ ਇਹਦਾ ਕੋਈ ਆਊਟਲੈਟ ਨਹੀਂ ਖੋਲ੍ਹਣਾ ਚਾਹੁੰਦੇ, ਕੋਈ ਇਹਨੂੰ ਫੈਕਟਰੀ ਦੇ ਰੂਪ 'ਚ, ਕਿਉਂਕਿ ਆਊਟਲੈਟ ਤਾਂ ਹੀ ਖੋਲ੍ਹੀਏ ਕਿ ਜੇ ਇੱਥੇ ਪੰਜਾਬ ਦੇ ਵਿੱਚ ਡਿਮਾਂਡ ਹੋਵੇ। ਪੰਜਾਬ ਦੇ ਵਿੱਚ ਡਿਮਾਂਡ ਜੇ ਹੈਗੀ ਹੈ ਤੇ ਉਹ ਸਾਡੇ ਘਰੇ ਆ ਕੇ ਵੀ ਖਰੀਦ ਲੈਂਦੇ ਆ। ਮਾਲਵਾ ਖਰੀਦਦਾ, ਹੁਸ਼ਿਆਰਪੁਰ ਖਰੀਦਦਾ, ਜਲੰਧਰ ਖਰੀਦਦਾ, ਉਹ ਸਾਡੇ ਕੋਲ ਪੱਟੀ ਆ ਕੇ ਵੀ ਖਰੀਦ ਲੈਂਦਾ। ਸਾਡੇ ਕੋਲ ਇੰਨਾ ਕੁ ਪੱਟੀ ਆਪਣੇ ਘਰ ਦੇ ਵਿੱਚ ਮਤਲਬ ਇੰਨਾ ਕੁ ਅਸੀਂ ਰੱਖ ਲੈਂਦੇ ਆ, ਪਰ ਐਗਜ਼ੀਬਿਸ਼ਨਸ ਕਰਨੀਆਂ। ਪਰ ਇੱਥੇ ਤੁਹਾਡੇ ਆਪਣੇ ਮਾਝੇ ਦੇ ਵਿੱਚ ਕਿਵੇਂ ਆ? ਸਾਡੇ ਮਾਝੇ ਦੇ ਵਿੱਚ ਬਹੁਤ ਘੱਟ ਰਿਸਪੌਂਸ ਆ। ਤੇ ਘਰ ਦਾ ਜੋਗੀ ਜੋਗੜਾ ਵਾਲੀ 4-5% ਉਹ ਵੀ ਫੁਲਕਾਰੀ ਦਾ, ਬਾਗ ਦਾ ਬਿਲਕੁਲ ਨਹੀਂ, ਕਿਉਂਕਿ ਅਸੀਂ ਜ਼ਿਆਦਾ ਬਾਗਸ ਤੇ ਕੰਮ ਕਰਦੇ ਹਾਂ। ਬਾਗ ਦਾ ਬਿਲਕੁਲ ਨਹੀਂ, ਬਸ ਥੈਲਿਆਂ ਦਾ ਤੇ ਫੁਲਕਾਰੀਆਂ ਦਾ। ਸੋ ਮਨਪ੍ਰੀਤ, ਤੁਸੀਂ ਹੁਣ ਤੱਕ ਮਨਚਾਹੀ ਮੰਜ਼ਲਾਂ ਦੇ ਜਿਹੜੀਆਂ ਸਰ ਕੀਤੀਆਂ ਨੇ, ਹੁਣ ਤੱਕ ਆਪਣਾ ਇੱਕ ਨਾਮ ਬਣਾਇਆ, ਆਪਣੇ ਆਪ ਨੂੰ ਇੱਕ ਬ੍ਰਾਂਡ ਬਣਾਇਆ ਹੈਗਾ, ਪਰ ਬਹੁਤ ਸਾਰੀਆਂ ਜਦੋਂ ਤੁਸੀਂ ਵੀ ਸ਼ੁਰੂਆਤ ਕੀਤੀ ਹੈ ਨਾ, ਹਰ ਕਿਸੇ ਨੇ ਕਿਹਾ ਇਹ ਕਿਹੜਾ ਕੰਮ ਆ, ਹੈ ਨਾ, ਕਿਹੜੇ ਪਾਸੇ ਆ ਗਈਆਂ। ਬਹੁਤ ਸਾਰੀਆਂ ਕੁੜੀਆਂ ਨੇ ਹੋਰ ਵੀ ਪਿੰਡਾਂ ਦੀਆਂ ਕਈ ਦਿੱਕਤਾਂ ਦੇ ਬਾਵਜੂਦ ਪੜ੍ਹ ਨਹੀਂ ਪਾਉਂਦੀਆਂ, ਕਈ ਪੜ੍ਹ ਜਾਂਦੀਆਂ ਨੇ ਤਾਂ ਵੀ ਲਾਈਫ 'ਚ ਕੁਛ ਕਰ ਨਹੀਂ ਪਾਉਂਦੀਆਂ ਹੈਗੀਆਂ, ਜਾਂ ਕਈਆਂ ਦੀ ਆਖਰੀ ਮੰਜ਼ਿਲ ਸਿਰਫ ਇੱਕ ਵਿਆਹ ਤੇ ਉਸ ਤੋਂ ਬਾਅਦ ਬੱਚੇ ਸਾਂਭਣਾ ਰਹਿ ਜਾਂਦੀ ਹੈਗੀ ਹੈ। ਕੀ ਕਹਿਣਾ ਚਾਹੋਗੇ ਉਹਨਾਂ ਕੁੜੀਆਂ ਨੂੰ? ਮੈਂ ਸਿਰਫ ਹਮੇਸ਼ਾ ਇੱਕੋ ਗੱਲ ਕਹਿੰਦੀ ਹਾਂ ਕਿ ਜਦੋਂ ਤੱਕ ਅਸੀਂ ਆਪਣੀ ਜਿੱਦ ਨਹੀਂ ਨਾ ਛੱਡਦੇ, ਉਦੋਂ ਤੱਕ ਕੋਈ ਵੀ ਕਿੱਡਾ ਵੀ ਵੱਡਾ ਪਹਾੜ ਹੋਵੇ ਤੁਹਾਨੂੰ ਨਹੀਂ ਤੋੜ ਸਕਦਾ। ਜਦ ਤੱਕ ਤੁਹਾਡੇ ਅੰਦਰ ਚਾਹ ਹੈਗੀ ਆ ਨਾ, ਮੈਂ ਕੁਛ ਬਣਨਾ ਹੈ, ਮੈਂ ਇਹ ਨਹੀਂ ਕਹਿੰਦੀ ਕਿ ਪਰਿਵਾਰ ਨਾਲ ਲੜ ਕੇ ਬਣਾਓ। ਮੇਰਾ ਪਰਿਵਾਰ ਵੀ ਉਸੇ ਏਰੀਏ 'ਚੋਂ ਆ, ਮਾਝੇ 'ਚੋਂ ਆ। ਮੇਰੇ ਪਰਿਵਾਰ ਨੂੰ ਵੀ ਲੱਗਦਾ ਸੀ ਕਿ ਅਸੀਂ ਕੁੜੀ ਨੂੰ ਡਿਗਰੀ ਕਰਾ ਕੇ, BEd ਕਰਾ ਕੇ, ਟੀਚਰ ਬਣਾ ਕੇ ਇਹਨੂੰ ਵਿਆਹ ਦੇਣਾ। ਮੇਰੇ ਪਰਿਵਾਰ ਨੂੰ ਵੀ ਸੇਮ ਸਾਰਿਆਂ ਨੂੰ ਇਹ ਲੱਗਦਾ ਸੀਗਾ, ਪਰ ਮੈਂ ਅਲੱਗ ਲਾਈਨ ਵੱਲ ਤੁਰ ਗਈ। ਉਹਨਾਂ ਨੂੰ ਹੌਲੀ ਹੌਲੀ ਜਦੋਂ ਤੁਹਾਨੂੰ ਰਿਕੋਗਨਾਈਜੇਸ਼ਨ, ਜਦੋਂ ਤੁਹਾਨੂੰ ਅਵਾਰਡਸ ਮਿਲਦੇ ਆ, ਤੁਹਾਡੇ ਪਰਿਵਾਰ ਨੂੰ ਵੀ ਲੱਗਦਾ ਕਿ ਨਹੀਂ ਸਾਡੀ ਕੁੜੀ ਸਹੀ ਟਰੈਕ ਤੇ ਆ। ਇਹ ਕੁੜੀਆਂ ਨੂੰ ਹਮੇਸ਼ਾ ਪ੍ਰੂਫ ਕਰਨਾ ਪੈਂਦਾ। ਜੇ ਮੈਂ ਅੱਜ ਕਹਾਂ ਕਿ ਮੈਨੂੰ ਪੇਕੀ ਘਰ ਪ੍ਰੂਫ ਕਰਨਾ ਪੈਂਦਾ, ਮੈਨੂੰ ਸਹੁਰੇ ਘਰ ਸ਼ਾਇਦ ਇਹ ਤੋਂ ਜ਼ਿਆਦਾ ਡਬਲ ਪ੍ਰੂਫ ਕਰਨਾ ਪਵੇਗਾ, ਕਿਉਂਕਿ ਅਸੀਂ ਕੁੜੀਆਂ ਆ, ਸਾਨੂੰ ਹਰ ਥਾਂ ਵਿਸ਼ਵਾਸ ਬਣਾ ਕੇ ਚੱਲਣਾ ਪੈਂਦਾ। ਸਾਨੂੰ ਵਿਸ਼ਵਾਸ ਬਣਾਉਣਾ ਪੈਂਦਾ ਕਿ ਹਾਂ ਨਹੀਂ ਅਸੀਂ ਜਦੋਂ ਜਿਹੜੀਆਂ ਨਵੀਆਂ ਕੁੜੀਆਂ, ਮੈਂ ਉਹਨਾਂ ਨੂੰ ਇਹੋ ਸੁਝਾਅ ਦਿੰਦੀ ਹਾਂ ਜਿਹੜੀਆਂ +2 ਕੀਤੀਆਂ, ਗ੍ਰੈਜੂਏਸ਼ਨ ਕੀਤੀਆਂ, ਉਹ ਕਹਿ ਦਿੰਦੀਆਂ ਕਿ ਨਹੀਂ ਸਾਡੀ ਵਿਆਹ ਹੀ ਮੰਜ਼ਿਲ ਆ। ਪਰ ਇੱਕ ਵਾਰੀ ਸੋਚੋ ਕਿ ਸਾਨੂੰ ਪਰਮਾਤਮਾ ਨੇ ਭੇਜਿਆ ਕਿਉਂ ਆ, ਸਾਡੇ ਅੰਦਰ ਕਿਹੜੀ ਕੁਆਲਿਟੀ ਆ ਕਿ ਜਿਹੜੀ ਅਸੀਂ ਆਪਣੀ ਸ਼ਾਇਦ ਕੋਈ ਪੇਂਟ ਚੰਗਾ ਕਰਦੀ ਹੋਵੇ, ਕੋਈ ਸਟਿਚਿੰਗ ਚੰਗੀ ਕਰਦੀ ਹੋਵੇ, ਬਹੁਤ ਸਾਰੀਆਂ ਕੁੜੀਆਂ, ਕੋਈ ਕੁਕਿੰਗ ਚੰਗੀ ਕਰਦੀ ਹੋਵੇ, ਬਿਲਕੁਲ ਬਿਲਕੁਲ, ਕਈਆਂ ਦੇ ਹੋਰ ਵੀ, ਕੋਈ ਮੇਕਅਪ ਚੰਗਾ ਕਰਦੀ ਹੋਵੇ, ਕਿਸੇ ਦੇ ਹੇਅਰ ਡਰੈਸਰ ਬਹੁਤ ਵਧੀਆ ਹੋਵੇ। ਸੋ ਬਹੁਤ ਸਾਰੀਆਂ ਕੁੜੀਆਂ ਦੇ ਅੰਦਰ, ਹਰ ਇੱਕ ਕੁੜੀ ਦੇ ਅੰਦਰ ਕੋਈ ਨਾ ਕੋਈ ਕੁਆਲਿਟੀ ਹੁੰਦੀ ਆ, ਪਰ ਉਹ ਤੁਹਾਨੂੰ ਕੁਦਰਤ ਹੌਲੀ ਹੌਲੀ ਪਤਾ ਕਰ ਦਿੰਦੀ ਹੈ। ਮੈਨੂੰ ਵੀ ਲੱਗਦਾ ਹੁੰਦਾ ਸੀ ਕਿ ਨਹੀਂ, ਸਾਦੀ ਜ਼ਿੰਦਗੀ ਇਹੋ ਹੀ ਕਹਿੰਦੇ ਆ ਕਿ ਮਤਲਬ ਪੜ੍ਹ ਲਓ, ਨੌਕਰੀ ਲੱਗ ਜਾਓ, ਵਿਆਹ ਕਰਾ ਲਓ। ਮੈਨੂੰ ਵੀ ਅੱਜ ਤੋਂ 4-5 ਸਾਲ ਪਹਿਲਾਂ ਇਹੋ ਲੱਗਦਾ ਸੀ, ਪਰ ਕੁਦਰਤ ਨੇ ਹੌਲੀ ਹੌਲੀ ਮੈਨੂੰ ਜਿਸ ਤਰ੍ਹਾਂ ਝੋਲੀ ਮੈਨੂੰ ਪਾਇਆ ਫੁਲਕਾਰੀ, ਤੇ ਮੈਨੂੰ ਹੁਣ ਲੱਗਦਾ ਹੈ ਕਿ ਨਹੀਂ, ਮੈਨੂੰ ਕੁਦਰਤ ਨੇ ਸ਼ਾਇਦ ਸਪੈਸ਼ਲ ਬਣਾ। ਜਿਹਨੂੰ ਸਾਡੇ ਸਕੂਲ 'ਚ ਇੱਕ ਟੀਚਰ ਇੱਕ ਗੱਲ ਕਹਿੰਦੇ ਹੁੰਦੇ ਸੀ, ਜਿਹਨੂੰ ਜਿੰਨੀ ਪ੍ਰੋਬਲਮ ਪਰਮਾਤਮਾ ਝੋਲੀ ਪਾਉਂਦਾ ਹੈ ਨਾ, ਉਹ ਓਨਾ ਹੀ ਬੱਚਾ ਸਪੈਸ਼ਲ, ਰੱਬ ਦਾ ਸਪੈਸ਼ਲ ਬੱਚਾ ਹੁੰਦਾ। ਤੇ ਮੈਂ ਉਹੀ ਕਹਿੰਦੀ ਹਾਂ ਕਿ ਔਰਤ ਨੂੰ ਬੜਾ ਸਪੈਸ਼ਲ ਬਣਾ ਕੇ ਪਰਮਾਤਮਾ ਨੇ ਭੇਜਿਆ। ਹੌਲੀ ਹੌਲੀ ਸਾਡੇ ਕੰਮਾਂ ਦੇ ਵਿੱਚ ਰਿਕੋਗਨਾਈਜੇਸ਼ਨ ਵੀ ਮਿਲੂਗੀ। ਹੌਲੀ ਹੌਲੀ ਉਹੀ ਲੋਕ ਸਾਨੂੰ ਜਿਹੜਾ ਬਹੁਤ ਮਿੱਠਾ ਵੀ ਬੋਲਣਗੇ ਜਿਹੜਾ ਅੱਜ ਕੌੜਾ ਬੋਲਦੇ ਆ। ਸ਼ਾਇਦ ਸਾਡਾ ਪਰਿਵਾਰ ਵੀ ਸਾਡੇ ਨਾਲ ਕਈ ਵਾਰ ਨਾ ਤੁਰੇ, ਪਰ ਜਿੰਨਾ ਚਿਰ ਤੁਹਾਡੇ ਅੰਦਰ ਚਾਹ ਹੈਗੀ ਆ ਨਾ, ਤੁਸੀਂ ਸਹੀ ਰਸਤੇ ਤੇ ਤੁਰੇ ਜਾਓ, ਸਿੱਧਾ ਤੁਰੋ ਤੇ
ਬਿਨਾ ਕਿਸੇ ਦੀ ਮਦਦ ਤੋਂ ਤੁਰੋ, ਬਿਨਾ ਕਿਸੇ ਇਨਵੈਸਟਰ ਤੋਂ ਤੁਰੋ, ਬਿਨਾ ਕਿਸੇ ਦਬਾਅ ਤੋਂ ਤੁਰੋ, ਆਪਣਾ ਕੰਮ ਸਹੀ ਕਰੋ ਤੇ ਉਹ ਐਂਡ ਆਫ ਦਾ ਡੇ ਤੁਸੀਂ ਸੋਚੋਗੇ ਕਿ ਹਾਂ ਇਹ ਕੰਮ ਮੈਂ ਸੈਟੀਸਫੈਕਸ਼ਨ ਨਾਲ ਕੀਤਾ ਤੇ ਮੈਨੂੰ ਇਸ ਚੀਜ਼ ਦਾ ਜਿੰਨਾ ਮੈਂ ਕੰਮ ਕੀਤਾ ਉਨਾ ਸ਼ਾਇਦ ਮੈਨੂੰ ਪਰਮਾਤਮਾ ਨੇ ਝੋਲੀ ਪਾਇਆ। ਜੀ ਬਹੁਤ ਹੀ ਵਧੀਆ ਲੱਗਾ ਤੁਹਾਡੇ ਵਿਚਾਰ ਜਾਣ ਕੇ। ਮਨਪ੍ਰੀਤ ਬਹੁਤ ਬਹੁਤ ਥੈਂਕ ਯੂ ਸਾਨੂੰ ਸਮਾਂ ਸ਼ੁਕਰੀਆ ਦੇਣ ਤੇ। ਤੁਹਾਡਾ, ਅੱਖਰ ਦੀ ਟੀਮ ਦਾ ਸਾਡੇ ਘਰ ਆਉਣ ਦੇ। ਜੀ ਸੋ ਜਿਵੇਂ ਮਨਪ੍ਰੀਤ ਨੇ ਕਿਹਾ ਕਿ ਮੁੰਡਾ ਜਦੋਂ ਜੰਮਦਾ ਹੈ ਤੇ ਜੰਮਦੇ ਹੀ ਇੱਕ ਸਰਟੀਫਿਕੇਟ ਦੇ ਦਿੱਤਾ ਜਾਂਦਾ ਹੈ ਕਿ ਪੁੱਤ ਜੰਮ ਕੇ ਇਹ ਕੁਛ ਤਾਂ ਕਰੇਗਾ, ਪਰ ਧੀ ਨੂੰ ਲੈ ਕੇ ਕਿਤੇ ਨਾ ਕਿਤੇ ਸ਼ੰਕਾ ਮਨ ਚ ਆਉਂਦਾ ਕਿ ਧੀ ਜੰਮ ਪਈ ਹੈ ਤੇ ਪਤਾ ਨਹੀਂ ਕੀ ਕਰੇਗੀ। ਪਰ ਅੱਜ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਕੁਝ ਵੀ ਕਰ ਸਕਦੀਆਂ ਨੇ। ਕਈ ਵਾਰ ਸਿਰਫ ਇੱਕ ਉਹਨਾਂ ਦੇ ਹਾਂ 'ਚ ਹਾਂ ਭਰਨ ਦੀ, ਉਹਨਾਂ ਦੇ ਉੱਤੇ ਵਿਸ਼ਵਾਸ ਵਿਖਾਉਣ ਦੀ ਲੋੜ ਹੁੰਦੀ ਹੈ ਤੇ ਉਹ ਉਸ ਵਿਸ਼ਵਾਸ ਦਾ ਜਿਹੜਾ ਮੁੱਲ ਹੈ ਉਹ ਬਹੁਤ ਵਧੀਆ ਮੋੜਦੀਆਂ ਨੇ। ਮਨਪ੍ਰੀਤ ਉਹਨਾਂ ਧੀਆਂ ਦੇ ਵਿੱਚੋਂ ਇੱਕ ਹੈ ਜੋ ਲਗਾਤਾਰ ਆਪਣੀ ਮਿਹਨਤ ਦੇ ਨਾਲ ਜਿਸ ਨੇ ਆਪਣਾ ਨਾਂ ਬਣਾਇਆ ਆ, ਔਰ ਸਿਰਫ ਆਪਣੇ ਆਪ ਨੂੰ ਹੀ ਆਤਮ ਨਿਰਭਰ ਨਹੀਂ, ਆਪਣੇ ਨਾਲ ਇਹਨਾਂ ਪਿੰਡਾਂ ਦੀਆਂ 200 ਦੇ ਕਰੀਬ ਔਰਤਾਂ ਨੇ ਜਿਨ੍ਹਾਂ ਦੇ ਘਰ ਤੇ ਛੋਟੇ-ਮੋਟੇ ਖਰਚੇ ਮਨਪ੍ਰੀਤ ਦੇ ਨਾਲ ਕੰਮ ਕਰਨ ਕਰਕੇ ਚੱਲਦੇ ਨੇ। ਸੋ ਉਹਨਾਂ ਦੇ ਲਈ ਵੀ ਮਿਸਾਲ ਹੈ, ਔਰ ਉਸ ਦੇ ਨਾਲ ਜੋ ਸੱਭਿਆਚਾਰ ਦਾ ਅਸਲ ਰੰਗ ਹੈ ਫੁਲਕਾਰੀ, ਜਿਸ ਦੀ ਕਢਾਈ ਕਿ ਹੌਲੀ-ਹੌਲੀ ਲੁਪਤ ਹੁੰਦੀ ਜਾ ਰਹੀ ਹੈ, ਉਸ ਤੇ ਕੰਮ ਕਰਨ ਕਰਕੇ ਵੀ ਵਧਾਈ ਦੀ ਪਾਤਰ ਹੈ। ਸੋ ਸਾਡੀ ਕੋਸ਼ਿਸ਼ ਰਹਿੰਦੀ ਹੈ ਇਸੇ ਤਰ੍ਹਾਂ ਦੇ ਨਾਲ ਆਪ ਨੂੰ ਬਹੁਤ ਬੇਹੱਦ ਖਾਸ ਮਹਿਮਾਨਾਂ ਦੇ ਨਾਲ ਮੁਲਾਕਾਤਾਂ ਕਰਵਾਉਂਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਅੱਖਰ ਦੇ ਨਾਲ। ਫਿਲਹਾਲ ਮੈਨੂੰ ਅਰਪਣ ਕੌਰ ਨੂੰ ਸਹਿਯੋਗੀ ਕੈਮਰਾਮੈਨ ਵਿਸ਼ਾਲ ਦੇ ਨਾਲ ਦਿਓ ਆਗਿਆ। ਧੰਨਵਾਦ।